ਸ੍ਰੀ ਵਾਹਿਗੁਰੂ ਸਾਹਿਬ ਜੀ। ਸ੍ਰੀ ਨਾਨਕ ਅੰਗਦ ਗੁਰੂ ਅਮਰਦਾਸ ਪਦ ਬੰਦ। ਰਾਮਦਾਸ ਅਰਜਨ ਗੁਰੂ ਬਰ ਸ੍ਰੀ ਹਰਗੋਬਿੰਦ। ਹਰੀ ਰਾਏ ਹਰਿ ਕ੍ਰਿਸ਼ਨ ਗੁਰੂ ਤੇਗ ਬਹਾਦਰ ਚੰਦ। ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ। ਜਿਸ ਮੈਂ ਹੈ ਅੰਮ੍ਰਿਤ ਗਿਆਨ ਹੈ ਮਾਣਿਕ ਭਗਤ ਵੈਰਾਗ। ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨਰਾਗ। ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ। ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਧਾਰ। ਏਕ ਓੰਕਾਰਾ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਵਈਆ ਨੰਦੀ ਸੋ ਬ੍ਰਿਖਬ ਚੜੇ ਸ਼ਿਵਜੂ। ਤਨ ਉਜਲ ਇੰਦਰ ਸੰਸਾਕ ਸੁਹਾਏ। ਦਇਆਲ ਕਰਾਲ ਅਲੰਕ੍ਰਿਤ ਹੈ। ਹਰ ਖਾਲ ਵਿਸਾਲ ਸਕੰਦਨ ਪਾਏ। ਨੰਦੀ ਸੋ ਬ੍ਰਿਖਬ ਚੜੇ ਸ਼ਿਵਜੂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੀਨ ਦਿਆਲ ਪਤਿਤ ਪਾਵਨ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ। ਦਸੇ ਗੁਰੂ ਸਾਹਿਬਾਨਾਂ ਦੀ ਆਤਮਕ ਜੋਤ ਜਾਗਦੀ ਜੋਤ। ਚੌਵਰ ਛਤਰ ਸਿੰਘਾਸਣ ਤਖਤ ਦੇ ਮਾਲਕ ਜੁਗੋ ਜੁਗ ਅਟਲ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਤਿਗੁਰੂ ਜੀ ਦੀ ਸਾਜੀ ਨਵਾਜੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ। ਆਪ ਜੀ ਕਰਮਾਂ ਵਾਲੇ ਬਹੁਤ ਹੀ ਵੱਡਿਆਂ ਭਾਗਾਂ ਵਾਲੇ ਵਡਭਾਗੀ ਹੋ ਜੋ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਪਵਿੱਤਰ ਸਥਾਨ ਵਿਖੇ ਸੰਧਿਆ ਦੇ ਸਮੇਂ ਤੋਂ ਹੀ ਹਾਜ਼ਰੀਆਂ ਭਰ ਕੇ ਗੁਰੂ ਸੱਚੇ ਪਾਤਸ਼ਾਹ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੇ ਹੋ। ਸਤਿਗੁਰੂ ਜੀ ਕੀ ਧੁਰ ਕੀ ਬਾਣੀ ਸੋ ਦਰ ਰਹਿਰਾਸ ਸਾਹਿਬ ਜੀ ਦੇ ਜਾਪ ਸਰਵਣ ਕਰਕੇ ਲਾਹਾ ਲਿਆ ਹੈ। ਅਰਦਾਸ ਵਿੱਚ ਆਪ ਜੁੜੇ ਹੋ। ਪਾਵਨ ਪਵਿੱਤਰ ਹੁਕਮਨਾਮੇ ਸਰਵਣ ਕਰਕੇ ਬਹੁਤ ਹੀ ਬਹੁਤ ਲਾਹਾ ਲਿਆ ਹੈ। ਸੋ ਇਸ ਦੇ ਨਾਲ ਹੀ ਜੋ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਪਾਵਨ ਪਵਿੱਤਰ ਕਥਾ ਹੈ ਉਸ ਕਥਾ ਨੂੰ ਆਪਾਂ ਕੁਝ ਮਹੀਨਿਆਂ ਤੋਂ ਲੜੀਵਾਰ ਰੂਪ ਵਿੱਚ ਸੁਣਦੇ ਆ ਰਹੇ ਹਾਂ। ਜੋ ਕਿ ਸੱਚੇ ਪਾਤਸ਼ਾਹ ਜੀ ਦਾ ਇਤਿਹਾਸ ਹੁਣ ਸਮਾਪਤੀ 'ਤੇ ਹੀ ਹੈ। ਇੱਕ ਹੋਰ ਜਿਹੜਾ ਪ੍ਰਸੰਗ ਅਖੀਰਲਾ ਰਹਿ ਗਿਆ ਹੈ ਜੋ ਸਤਿਗੁਰੂ ਜੀ ਦੀ ਅਕਥ ਕਥਾ ਹੀ ਹੈ। ਉਸ ਨੂੰ ਆਪਾਂ ਲੜੀਵਾਰ ਰੂਪ ਵਿੱਚ ਨਿੱਤ ਦੀ ਮਰਿਆਦਾ ਅਨੁਸਾਰ ਸਰਵਣ ਕਰਦੇ ਆ ਰਹੇ ਹਾਂ।
ਜਿਵੇਂ ਸੱਚੇ ਪਾਤਸ਼ਾਹ ਜੀ ਧਰਮਸ਼ਾਲਾ ਵਿੱਚ ਵਿਰਾਜਮਾਨ ਸੰਗਤ ਵਿੱਚ ਬੈਠੇ ਹੋਏ ਸੀ, ਉੱਥੇ ਗੁਰੂ ਕਾ ਸਿੱਖ ਭਾਈ ਸਧਾਰਨ ਆ ਗਿਆ। ਹੱਥ ਜੋੜ ਕੇ ਕਹਿਣ ਲੱਗਾ, ਮਹਾਰਾਜ ਜੋ ਚੰਦਨ, ਕਸਤੂਰੀ ਇਤਿਆਦਿਕ ਜਿਹੜੀਆਂ ਸੁਗੰਧੀਆਂ ਉਹ ਆਪ ਜੀ ਦੀ ਆਗਿਆ ਨਾਲ ਸਾਰੀਆਂ ਹੀ ਆਪ ਜੀ ਦੇ ਨਿੱਜੀ ਸਥਾਨ ਉੱਪਰ ਛਿੜਕ ਦਿੱਤੀਆਂ। ਮਹਾਰਾਜ ਸਭ ਤਿਆਰੀ ਜਿਹੜੀ ਹੈ ਹੋ ਗਈ। ਇਹ ਬਚਨ ਕਰਕੇ ਵੀ ਗੁਰੂ ਮਹਾਰਾਜ ਜੀ ਨੇ ਜੋਤੀ ਜੋ ਸਮਾ ਜਾਣਾ ਹੈ। ਫਿਰ ਗੁਰੂ ਕੇ ਐਸੇ ਦੁਰਲੱਭ ਦਰਸ਼ਨ ਨਹੀਂ ਪ੍ਰਾਪਤ ਹੋਣਗੇ। ਭਾਈ ਸਧਾਰਨ ਜੀ ਦੇ ਨੇਤਰਾਂ ਵਿੱਚ ਵਿਰਾਗ ਕਰਕੇ ਜਲ ਭਰ ਆਇਆ ਹੈ। ਇਸ ਤਰ੍ਹਾਂ ਜਦੋਂ ਜਲ ਭਰ ਆਇਆ, ਸੰਗਤ ਜਿਹੜੀ ਦੂਸਰੀ ਦਰਸ਼ਨ ਕਰ ਰਹੀ ਸੀ, ਕੁਝ ਬੈਠ ਕੇ, ਕੁਝ ਖੜਿਆਂ ਹੋ ਕੇ, ਉਹਨਾਂ ਨੇ ਵੀ ਭਾਈ ਸਧਾਰਨ ਜੀ ਦਾ ਬਚਨ ਸੁਣ ਕੇ ਕਿ ਸਤਿਗੁਰੂ ਜੀ ਨੇ ਜੋਤੀ ਜੋ ਸਮਾ ਜਾਣਾ, ਸਭ ਤਿਆਰੀ ਹੋ ਗਈ ਹੈ। ਸਾਰੀ ਸੰਗਤ ਦੇ ਨੇਤਰਾਂ ਵਿੱਚ ਵੀ ਐਵੇਂ ਜਲ ਪਾਣੀ ਭਰ ਆਇਆ ਵੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਅਸੀਂ ਦਰਸ਼ਨ ਨਿਤ ਕਰਦੇ ਸਾਂ। ਆਪਣੇ ਦੁੱਖੜੇ ਗੁਰੂ ਸਾਹਿਬ ਜੀ ਨੂੰ ਸੁਣਾਇਆ ਕਰਦੇ। ਮਹਾਰਾਜ ਜੀ ਦੇ ਦਰਸ਼ਨ ਕਰਕੇ ਜੋ ਮਨੁੱਖ ਜਨਮ ਧਾਰੇ ਦਾ ਲਾਹਾ ਲੈਂਦੇ ਸੀ, ਐਸੇ ਸਤਿਗੁਰੂ ਜੀ ਜੋਤੀ ਜੋ ਸਮਾ ਜਾਣਗੇ ਤੇ ਐਸਾ ਦੁਰਲੱਭ ਦਰਸ਼ਨ ਕਦੀ ਹੋਣਾ ਨਹੀਂ ਹੈ। ਜਿਸ ਕਰਕੇ ਪੈ ਰੋਵੇ ਗੁਣਸਾਰ ਸੰਭਾਲਿਆ, ਕੋ ਮਰੇ ਨਾ ਮੋਇਆ ਨਾਲੇ। ਪਰ ਜਿਹੜੇ ਦੁਨਿਆਵੀ ਲੋਕ ਉਹ ਤੇ ਭੈ ਕਰਕੇ ਰੋਂਦੇ ਆ, ਗੁਣਾਂ ਨੂੰ ਚੇਤੇ ਕਰਕੇ। ਜੇ ਕੋਈ ਐਸਾ ਹੋ ਜਾਵੇ ਇਸ ਤਰ੍ਹਾਂ ਦੇ ਕਹਿੰਦੇ ਵੀ ਸਾਡਾ ਤਾਂ ਬੜਾ ਇਹ ਕੰਮ ਦਾ ਸੀ, ਫਲਾਣਾ ਧੰਦਾ ਕਰਦਾ ਸੀ, ਸਾਨੂੰ ਤਾਂ ਇਹਦਾ ਬਹੁਤ ਆਸਰਾ ਸੀ, ਚਲੋ ਬੈਠਾ ਰਹਿੰਦਾ, ਘਰ ਦਾ ਜਿੰਦਰਾ ਹੀ ਸੀ। ਪਰ ਜਿਹੜੇ ਰੱਬ ਦੇ ਪਿਆਰੇ ਹੈ, ਸੰਤ ਭਗਤ ਹੁੰਦੇ ਆ, ਸਾਧ ਸੰਗਤ ਜੀ, ਉਹ ਵਿਰਾਗ ਉਹ ਵੀ ਕਰਦੇ ਆ, ਵਿਰਾਗ ਦੁਨਿਆਵੀ ਲੋਕ ਵੀ ਕਰਦੇ ਆ। ਪਰ ਜਿਹੜੇ ਰੱਬ ਦੇ ਪਿਆਰੇ ਹੁੰਦੇ ਉਹਨਾਂ ਦਾ ਵਿਰਾਗ ਇੱਕ ਵੱਖਰਾ ਹੁੰਦਾ, ਜ਼ਮੀਨ ਅਸਮਾਨ ਦਾ ਫਰਕ ਹੁੰਦਾ। ਉਹਨਾਂ ਨੂੰ ਕਿਸੇ ਮਹਾਤਮਾ ਗੁਰੂ ਨਾਲ ਆਪਣਾ ਕੋਈ ਦੁਨਿਆਵੀ ਸਵਾਰਥ ਨਹੀਂ ਹੁੰਦਾ। ਜਿਹੜੇ ਬੜੇ ਅੰਦਰੋਂ ਜੁੜੇ ਪਰਮੇਸ਼ਰ ਨਾਲ, ਬਸ ਉਹ ਤੇ ਦੁਰਲੱਭ ਦਰਸ਼ਨ ਕਰਕੇ ਨਿਹਾਲ ਹੁੰਦੇ ਰਹਿੰਦੇ ਆ, ਬਚਨ ਸੁਣ ਕੇ। ਜਿਸ ਕਰਕੇ ਉਹ ਕਿਤੇ ਮਹਾਤਮਾ ਕੋਈ ਗੁਰੂ ਇਸ ਤਰ੍ਹਾਂ ਹੋਵੇ ਸਰੀਰ ਕਰਕੇ, ਤੇ ਉਹਨਾਂ ਕੋ ਉਹ ਸੰਤ ਭਗਤ ਵਿਰਾਗ ਕਰਦੇ ਹੈ। ਵਿਰਾਗ ਵਿੱਚ ਆ ਕੇ ਉਹ ਰੰਗ ਰੂਪ ਹੈ, ਰੰਗ ਹੱਸ ਹੈ, ਚੁੱਪ ਭੀ ਕਰ ਜਾਹੇ, ਐਸੀ ਅਵਸਥਾ ਦੇ ਮਾਲਕ ਹੁੰਦੇ ਹੈ। ਬਾਕੀ ਜਿਹੜੇ ਸੰਸਾਰੀ ਹੈ ਉਹ ਤੇ ਮਹਾਰਾਜ ਜੀ ਨੇ ਇਹੋ ਜਿਹਾ ਸਾਨੂੰ ਲੋਕਾਂ ਨੂੰ ਖਰੀਆਂ ਸੁਣਾਈਆਂ ਵੀ ਤੰਦਾ ਪਿਟਿਓ ਭਾਈ ਹੋ ਤੁਮ ਕੂੜ ਕਮਾਵਹੋ, ਉਹ ਨਾ ਸੁਣਹਿ ਕਤਹੀ ਤੁਮ ਲੋਕ ਸੁਣਾਵਹੋ। ਇਹ ਦੁਨੀਆ ਦੇ ਲੋਕੋ, ਤੁਸੀਂ ਨਾ ਜਿਹੜਾ ਕੋਈ ਚੜ੍ਹਾਈ ਕਰਦਾ ਤੇ ਧੰਦਿਆਂ ਨੂੰ ਪਿੱਟਦੇ, ਤੁਸੀਂ ਉਹਨੂੰ ਨਹੀਂ ਰੋਂਦੇ। ਕਹਿੰਦੇ ਸੀ ਸਾਡਾ ਬੜਾ ਇਹ ਸਹਾਰਾ ਸੀ, ਲਿਆਉਂਦਾ ਸੀ, ਖਾਂਦੇ ਸਾਂ, ਤੁਸੀਂ ਉਹਨੂੰ ਨਹੀਂ ਪਿੱਟਦੇ, ਤੁਸੀਂ ਧੰਦਿਆਂ ਨੂੰ ਪਿੱਟਦੇ ਹੋ, ਇਹ ਝੂਠ ਕਮਾਉਂਦੇ ਹੋ। ਉਹ ਨਾ ਸੁਣਹਿ ਕਤਹੀ, ਉਹ ਤਾਂ ਸੁਣਦਾ ਨਹੀਂ ਹੈ ਜਿਹੜਾ ਚੜ੍ਹਾਈ ਕਰ ਗਿਆ ਹੈ। ਤੁਮ ਲੋਕ ਸੁਣਾਓ, ਲੋਕਾਂ ਨੂੰ ਸੁਣਾਉਂਦੇ ਆ ਵੀ ਲੋਕ ਕੀ ਕਹਿਣਗੇ, ਵੀ ਇਹਨਾਂ ਨੂੰ ਕੋਈ ਦੁੱਖ ਨਹੀਂ, ਇਹ ਰੋਂਦੇ ਨਹੀਂ ਹੈ, ਇਹਨਾਂ ਨੂੰ ਕੋਈ ਪਰਵਾਹ ਨਹੀਂ ਇਹਦੀ, ਜਿਹੜਾ ਚੜ੍ਹ ਗਿਆ, ਚੜ੍ਹਾਈ ਹੋ ਗਿਆ, ਇੰਨਾ ਚਿਰ ਖਾਂਦੇ ਪੀਂਦੇ ਰਹੇ, ਤੁਸੀਂ ਇਸ ਤਰ੍ਹਾਂ ਦਾ ਤੁਹਾਡਾ ਰੋਣਾ ਹੈ। ਪਰ ਜਿਹੜੇ ਰੱਬ ਦੇ ਪਿਆਰੇ ਆ, ਸੰਤ ਗੁਰਸਿੱਖ, ਗੁਰੂ ਨਾਲ ਪ੍ਰੇਮ ਕਰਨ ਵਾਲੇ, ਉਹ ਤਾਂ ਦਰਸ਼ਨਾਂ ਤੱਕ ਸਾਂਝ ਰੱਖਦੇ। ਸਾਧ ਸੰਗਤ ਜੀ, ਕਿ ਮਹਾਰਾਜ ਜੀ ਦਾ ਦਰਸ਼ਨ ਹੁੰਦਾ ਸੀ ਅਤੇ ਗੁਰੂ ਕੇ ਚਰਨਾਂ ਵਿੱਚ ਜਾ ਕੇ ਮੱਥਾ ਟੇਕਦੇ ਸਾਂ। ਐਸੇ ਸਰੂਪ ਨੂੰ ਦੇਖਣ ਦਾ ਕਦੀ ਹੁਣ ਸਮਾਂ ਨਹੀਂ ਬਣੇਗਾ।
ਮੰਨੇ ਕੀ ਗਤ ਕਹੀ ਨਾ ਜਾਏ, ਜੇ ਕੋ ਕਹੈ ਪਿਛੈ ਪਛਤਾਏ। ਜਿਨ੍ਹਾਂ ਨੇ ਉਸ ਪਰਮੇਸ਼ਰ ਨੂੰ ਜਾਣਿਆ, ਉਹਨਾਂ ਦੀ ਗਤੀ ਮਰਿਆਦਾ ਅਵਸਥਾ ਕਹੀ ਨਹੀਂ ਜਾ ਸਕਦੀ। ਉਹ ਜਦੋਂ ਵਿਛੋੜਾ ਹੋ ਜਾਏ, ਉਹ ਸਮੇਂ ਨੂੰ ਉਹਦੇ ਪਿਆਰੇ ਹੀ ਜਾਣਦੇ ਹੈ। ਜਿਵੇਂ ਗੁਰੂ ਅੰਗਦ ਦੇਵ ਸਾਹਿਬ ਜੀ ਕਹਿੰਦੇ ਹੈ ਕਿ ਜਿਸ ਪਿਆਰੇ ਸਿਓ ਨੇਹੋ ਤਿਸ ਆਗੈ ਮਰ ਚੱਲੀਐ, ਕਿ ਜਿਹਦੇ ਨਾਲ ਪ੍ਰੇਮ ਹੈ ਉਹ ਤੋਂ ਪਹਿਲਾਂ ਹੀ ਮਰ ਚੱਲੀਏ, ਬਾਅਦ 'ਚੋਂ ਜੀਣਾ ਬੜਾ ਔਖਾ ਹੋ ਜੂ। ਗੁਰੂ ਕੇ ਸਿੱਖਾਂ ਦਾ ਵਿਰਾਗ ਇਸੇ ਤਰ੍ਹਾਂ ਦਾ ਹੀ ਹੈ। ਕੁਝ ਸੱਚੇ ਪਾਤਸ਼ਾਹ ਜੀ ਦੇ ਪ੍ਰੇਮ ਵਿੱਚ ਭਰੇ ਹੋਏ ਹੈ। ਉਹ ਵਿਰਾਗ ਦੇ ਝਲਕਾਂ ਹੈ ਨੇਤਰਾਂ ਵਿੱਚ, ਜਿਸ ਕਰਕੇ ਜਲ ਗਿਰਦਾ ਹੈ। ਇਸ ਤਰ੍ਹਾਂ ਸਾਧ ਸੰਗਤ ਜੀ, ਜਿਹੜਾ ਮਹਾਰਾਜ ਜੀ ਤਿਆਰੀ ਵਿੱਚ ਹੈ, ਸਭ ਕੁਝ ਸੱਚਖੰਡ ਦੀ ਤਿਆਰੀ ਹੈ ਪੂਰੀ। ਮਾਤਾ ਸੁਲੱਖਣੀ ਜੀ ਨਿੰਮੂ ਝਾਣੇ ਜੇ ਹੋਏ ਹੈ। ਅਖੀਰੀ ਸਭ ਕੁਝ ਵਿਚਾਰ ਕੇ ਵੀ ਜੇ ਗੁਰੂ ਮਹਾਰਾਜ ਅੱਜ ਜੋਤੀ ਜੋ ਸਮਾ ਗਏ, ਅਤੇ ਜੋ ਸਾਡੇ ਸਪੁੱਤਰ ਮਹਾਰਾਜ ਜੀ ਦੇ ਬਚਨ ਸੁਣ ਕੇ 2 ਵਾਰੀ ਆਏ ਨਹੀਂ ਹੈ, ਉਹ ਫਿਰ ਪਿੱਛੋਂ ਬਹੁਤ ਪਛਤਾਉਣਗੇ ਜੇ ਗੁਰੂ ਕੇ ਦੇ ਨਾਲ ਦਰਸ਼ਨ ਨਾ ਹੋਏ, ਜੇ ਗੱਲਬਾਤ ਨਾ ਹੋਈ ਤਾਂ। ਇਹ ਗੱਲ ਨੂੰ ਵਿਚਾਰ ਕੇ ਕਿਹਾ, ਮਹਾਰਾਜ ਆ ਬੜੇ ਦਿਆਲੂ ਕਿਰਪਾਲੂ ਆ, ਮੇਰੀ ਇੱਕ ਬੇਨਤੀ ਹੈ ਪਤਨੀ ਦੀ, ਤੁਸੀਂ ਆਪਣੇ ਸਾਹਿਬਜ਼ਾਦਿਆਂ ਨੂੰ ਇੱਕ ਵਾਰ ਫੇਰ ਬੁਲਾਓ, ਸਿੱਖ ਨੂੰ ਭੇਜ ਕੇ। ਮਹਾਰਾਜ ਜੀ ਆਪ ਜੀ ਨਾਲ ਵਿਚਾਰ ਕਰ ਲੈਣ, ਗੱਲਬਾਤ ਕਰ ਲੈਣ, ਅਤੇ ਬੜਾ ਭਲਾ ਹੀ ਹੋਏਗਾ। ਗੁਰੂ ਸਾਹਿਬ ਜੀ ਨੇ ਸੇਵਕ ਨੂੰ ਭੇਜ ਦਿੱਤਾ ਹੈ। ਸੇਵਕ ਨੇ ਜਾ ਕੇ ਬੁਲਾਇਆ ਹੈ ਬਾਬਾ ਸ਼੍ਰੀ ਚੰਦ, ਬਾਬਾ ਲਖਮੀ ਦਾਸ ਜੀ ਨੂੰ। ਸਤਿਗੁਰੂ ਜੀ ਨੇ ਭੇਜਿਆ, ਨਾਲੇ ਮਾਤਾ ਜੀ ਵੱਲੋਂ ਵੀ ਕਹਿ ਦਿੱਤਾ ਹੈ। ਸੇਵਕ ਨੇ ਵੀ ਮਾਤਾ ਜੀ ਨੇ ਬਹੁਤ ਬੇਨਤੀਆਂ ਸਤਿਗੁਰੂ ਜੀ ਨੂੰ ਕੀਤੀਆਂ, ਅਤੇ ਸਤਿਗੁਰੂ ਜੀ ਤੇ ਜੋਤੀ ਜੋ ਸਮਾ ਜਾਣ ਲੱਗੇ, ਇਸ ਕਰਕੇ ਤੁਸੀਂ ਹੁਣ ਇਵੇਂ ਨਾ ਕਰੋ, ਅਤੇ ਤੁਸੀਂ ਇੰਝ ਕਰੋ ਵੀ ਜ਼ਰੂਰ ਬਰ ਜ਼ਰੂਰ ਜਿਹੜਾ ਮਹਾਰਾਜ ਦਰਸ਼ਨ ਕਰ ਲਓ। ਮੈਂ ਕਹਿੰਦਾ ਕਿ ਤੁਹਾਡਾ ਭਲਾ ਹੋਏਗਾ, ਚੰਗਾ ਹੀ ਹੋਏਗਾ ਜੇ ਗੁਰੂ ਕੇ ਦਰਸ਼ਨ ਤੁਸੀਂ ਕਰ ਲਓਗੇ ਤਾਂ। ਇਹ ਸੁਣ ਕੇ ਕਿ ਮਾਤਾ ਜੀ ਬੁਲਾ ਰਹੇ ਹੈ, ਕਿਤੇ ਇਹ ਨਾ ਹੋਵੇ ਕਿ ਪਿਤਾ ਗੁਰੂ ਜੀ ਸੱਚਮੁੱਚ ਹੀ ਸਮਾ ਜਾਣ, ਜੋਤੀ ਜੋਤ ਲੀਨ ਕਰ ਦੇਣ ਆਪਣੀ ਜੋਤ, ਬੜੀ ਛੇਤੀ ਨਾਲ ਚੱਲੇ ਹੈ। ਇੱਧਰ ਗੁਰੂ ਸਾਹਿਬ ਜੀ ਨੇ ਭਾਣਾ ਵਰਤਾ ਦਿੱਤਾ ਹੈ ਵੀ ਜੋ ਸੋਹਣੀ ਵਿਛਾਈ ਕੁਸ਼ਾ ਹਰੀ ਹਰੀ ਦੱਬ ਦੀ ਵਿਛਾਈ ਹੋਈ ਸੀ ਭਾਈ ਸੁਧਾਰਨ ਜੀ ਨੇ, ਉਸ ਉੱਪਰ ਆਪਣਾ ਆਸਣ ਕਰਕੇ ਵਿਰਾਜ ਗਏ। ਚਿੱਟੇ ਰੰਗ ਦਾ ਸੋਹਣਾ ਵਸਤਰ ਉੱਪਰ ਲੈ ਕੇ ਮਹਾਰਾਜ ਵਿਰਾਜ ਗਏ, ਲੇਟ ਗਏ, ਅਤੇ ਖਿੰਡ ਮਾਤਰ 'ਚ ਹੀ ਸਰੀਰ ਵਿੱਚੋਂ ਆਪਣੇ ਪ੍ਰਾਣ ਜਿਹੜੇ ਤਿਆਗ ਦਿੱਤੇ ਹੈ। ਜਦੋਂ ਮਹਾਰਾਜ ਜੀ ਨੇ ਪ੍ਰਾਣ ਤਿਆਗ ਦਿੱਤੇ ਹੈ, ਸੰਗਤ ਵਿੱਚ ਤਾਂ ਬੜੀ ਹਾਹਾਕਾਰੀ ਮਚ ਗਈ ਹੈ। ਸਭ ਵਿਰਾਗ ਕਰਕੇ ਉੱਚੀ ਵਿਰਲਾਪ ਕਰਨ ਲੱਗ ਪਏ ਵੀ ਮਹਾਰਾਜ ਜੀ ਸੱਚੇ ਪਾਤਸ਼ਾਹ ਜੀ ਚਲੇ ਗਏ ਹੈ। ਗੁਰੂ ਜੀ ਨੇ ਭਾਵੇਂ ਉਪਦੇਸ਼ ਦਿੱਤਾ ਸੀ, ਫਿਰ ਵੀ ਸਾਧ ਸੰਗਤ ਜੀ ਜਿਹੜਾ ਅੰਦਰ ਪ੍ਰੇਮ ਹੋਵੇ ਉਹ ਝਲਕ ਹੀ ਆਉਂਦਾ ਹੈ। ਇੱਕ ਦੁਨਿਆਵੀ ਲੋਕਾਂ ਦਾ ਪ੍ਰੇਮ ਹੀ ਨਹੀਂ ਝੱਲਿਆ ਜਾਂਦਾ, ਅਤੇ ਜਿਹੜੇ ਗੁਰੂ ਦੇ ਪ੍ਰੇਮੀ ਉਹਨਾਂ ਦੇ ਪ੍ਰੇਮ ਦੀ ਤਾਂ ਕੀ ਕਥਾ ਹੈ, ਪ੍ਰੇਮ ਦੀ ਕਥਾ ਕੋਈ ਨਹੀਂ ਹੈ। ਜਿਸ ਕਰਕੇ ਸੰਗਤ ਨੇ ਵਿਰਾਗ ਕੀਤਾ, ਇੱਧਰ ਸੰਸਾਰ ਭਾ ਮਾਤ ਲੋਕ ਤੇ ਹੈ ਜਗ ਭਇਓ, ਉੱਧਰ ਦੇਵਤਿਆਂ ਵਿੱਚ ਤੇ ਜੈ 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 ਹੋ ਗਈ ਹੈ ਵੀ ਗੁਰੂ ਸਾਹਿਬ ਜੀ ਸੱਚਖੰਡ ਚੱਲੇ ਆ, ਸਾਨੂੰ ਦਰਸ਼ਨ ਖੁੱਲ੍ਹਾ ਡੁੱਲਾ ਹੋਏਗਾ, ਅਸੀਂ ਸੇਵਾ ਕਰਾਂਗੇ। ਵਿਮਾਨ ਲੈ ਕੇ ਸਾਰੇ ਦੇਵੀ ਦੇਵਤੇ ਜਿਹੜੇ ਆ ਸਤਿਕਾਰ ਵਾਸਤੇ ਅੱਗੋਂ ਮਹਾਰਾਜ ਜੀ ਨੂੰ ਲੈਣ ਆਏ ਹੈ। ਜਿਵੇਂ ਦੇਵੀ ਦੇਵਤੇ ਅੱਗੋਂ ਲੈਣ ਆਏ, ਉਹ ਕਵੀ ਸਾਹਿਬ ਜੀ ਨੇ ਬੜੇ ਸੋਹਣੇ ਢੰਗ ਨਾਲ ਉਹਨਾਂ ਦੇਵਤਿਆਂ ਦਾ ਆਉਣਾ ਬੜੇ ਵਿਸਥਾਰ ਨਾਲ ਲਿਖਿਆ ਹੈ। ਜਦੋਂ ਵੀ ਪਰਮੇਸ਼ਰ ਆਪਣੇ ਨਿੱਜੀ ਸਥਾਨ 'ਤੇ ਜਾਂਦੇ ਹੈ, ਉਸ ਵੇਲੇ ਦੇਵੀ ਦੇਵਤਿਆਂ ਦੀ ਸੇਵਾ ਹੁੰਦੀ ਹੈ, ਅਤੇ ਉਹ ਸੇਵਾ ਕਰਦੇ ਹੈ। ਜਿਵੇਂ ਕੋਈ ਮੰਤਰੀ ਇੱਧਰ ਉੱਧਰ ਜਾਏ ਅਤੇ ਜਿੰਨੀ ਸਰਕਾਰੀ ਫੌਜ ਫੂਜ ਹੁੰਦੀ ਹੈ ਨੱਠੀ ਫਿਰਦੀ ਹੈ, ਇਸੇ ਤਰ੍ਹਾਂ ਹੀ ਪਰਮੇਸ਼ਰ ਸਰੂਪ ਗੁਰੂ ਨਾਨਕ ਸਾਹਿਬ ਜੀ ਹੈ। ਸਾਰੇ ਦੇਵੀ ਦੇਵਤੇ
ਮਹਾਰਾਜ ਨੂੰ ਸਤਿਕਾਰ ਨਾਲ ਲੈਣ ਵਾਸਤੇ ਅੱਗੋਂ ਆਏ, ਜਿਸ ਕਰਕੇ ਕਵੀ ਜੀ ਨੇ ਬੜਾ ਸੋਹਣੇ ਢੰਗ ਨਾਲ ਉਹ ਪ੍ਰਸੰਗ ਲਿਖਿਆ ਹੈ। ਜਿਵੇਂ ਭਗਤ ਕਬੀਰ ਜੀ ਨੂੰ ਕਿਸੇ ਨੇ ਬੇਨਤੀ ਕਰਕੇ ਕਿਹਾ ਸੀ ਕਿ ਭਗਤ ਜੀ ਮਹਾਰਾਜ, ਜਦੋਂ ਕੋਈ ਬ੍ਰਹਮ ਗਿਆਨੀ ਸਰੀਰ ਛੱਡ ਕੇ ਜਾਂਦਾ ਹੈ ਸੰਸਾਰ ਤੋਂ, ਅਤੇ ਉਹਨਾਂ ਨੂੰ ਅੱਗੋਂ ਲੈਣ ਕੌਣ ਆਉਂਦਾ ਹੈ? ਕਿਉਂਕਿ ਦੁਨਿਆਵੀ ਜੀਵ ਮਾਰੇ ਤੁਹਾਨੂੰ ਜੰਮ ਲੈਣ ਆਉਂਦੇ ਆ, ਬ੍ਰਹਮ ਗਿਆਨੀ ਨੂੰ ਲੈਣ ਵਾਸਤੇ ਕੌਣ ਆਉਂਦਾ ਅੱਗੋਂ? ਅਤੇ ਭਗਤ ਮਹਾਰਾਜ ਜੀ ਨੇ ਉਸ ਵੇਲੇ ਆਸਾ ਰਾਗ ਸ਼ਬਦ ਉਚਾਰਿਆ, ਫੀਲ ਰਬਾਬੀ ਬਲਦ ਪੁਖਾਵਜ, ਕਊਆ ਤਾਲ ਬਜਾਵੈ, ਪਹਿਰ ਚੋਲਣਾ ਗਧਾ ਨਾਚੈ, ਪੈਸਾ ਭਗਤ ਕਰਾਵੈ। ਕਿ ਫੀਲ ਕੀ ਹੈ? ਹਾਥੀ ਨੂੰ ਕਹੀਦਾ ਹੈ। ਹਾਥੀ ਦੀ ਸਵਾਰੀ ਵਾਲਾ ਕਰਨ ਵਾਲਾ ਉਹ ਕੌਣ? ਇੰਦਰ ਦੇਵਤਾ। ਇੰਦਰ ਦੇਵਤਾ ਵੀ ਆਉਂਦਾ ਹੈ। ਰਬਾਬੀ ਰਬਾਬ ਨੂੰ ਵਜਾਉਣ ਵਾਲਾ ਕੌਣ ਹੈ? ਨਾਰਦ ਮੁਨੀ ਜੀ, ਉਹ ਵੀ ਆਉਂਦੇ ਹੈ। ਬਲਦ ਪਖਾਵਜ, ਅਤੇ ਨੰਦੀ ਬਲਦ ਅਤੇ ਸਵਾਰੀ ਕਰਨ ਵਾਲਾ ਕੌਣ ਹੈ? ਸ਼ਿਵ ਜੀ। ਸ਼ਿਵ ਜੀ ਵੀ ਅੱਗੋਂ ਆਉਂਦਾ ਹੈ। ਇਸੇ ਤਰ੍ਹਾਂ ਕਊਆ ਤਾਲ ਬਜਾਵੈ, ਜਿਹੜੀ ਆ ਦੇਵੀ ਇੱਕ ਉਹ ਕਾਂ ਦੀ ਸਵਾਰੀ ਕਰਨ ਵਾਲੀ, ਉਸ ਉੱਪਰ ਕਾਂ ਦੇ ਉੱਪਰ ਬੈਠ ਕੇ ਦੇਵੀ ਆਉਂਦੀ ਹੈ। ਅਤੇ ਪਹਿਰ ਚੋਲਣਾ ਗਧਾ ਨਾਚੈ, ਇੱਕ ਜਿਹੜੀ ਸੀਤਲਾ ਮਾਤਾ ਜਿਹਨੂੰ ਕਿਹਾ ਹੈ, ਉਹ ਗਧੇ 'ਤੇ ਸਵਾਰੀ ਕਰਕੇ ਆਉਂਦੀ ਹੈ। ਭੈਰੋ ਭੂਤ ਸੀਤਲਾ ਧਾਵੈ, ਉਹਦੇ ਖੋਤੇ ਦੀ ਸਵਾਰੀ ਹੈ, ਖੋਤੇ 'ਤੇ ਬੈਠ ਕੇ ਆਉਂਦੀ, ਬ੍ਰਹਮ ਗਿਆਨੀ ਦਾ ਸਤਿਕਾਰ ਕਰਨ, ਮੱਥਾ ਟੇਕਣ ਆਉਂਦੀ ਹੈ। ਉਹ ਵੀ ਸੀਤਲਾ ਵੀ, ਸ਼ਿਵ ਜੀ, ਕੁਬੇਰ, ਨਾਰਦ ਭਾਵ ਸਾਰੇ ਦੇਵਤੇ। ਅਤੇ ਫਿਰ ਉਹ ਆਪਣਾ ਚੋਲਣਾ ਪਾ ਕੇ ਅਤੇ ਚੰਗੀ ਤਰ੍ਹਾਂ ਨੱਚਦੀ ਹੈ। ਜਿਵੇਂ ਆ ਵਿਆਹ ਸ਼ਾਦੀ ਹੁੰਦੀ ਹੈ ਅਤੇ ਲੋਕ ਨੱਚਦੇ ਨਾ ਅੱਗੇ ਅੱਗੇ, ਇਸੇ ਤਰ੍ਹਾਂ ਬ੍ਰਹਮ ਗਿਆਨੀ ਜਦੋਂ ਜਾਂਦਾ ਇੱਥੋਂ ਸੰਸਾਰ ਤੋਂ ਕਮਾਈ ਮੁਸ਼ੱਕਤ ਕਰਕੇ, ਤਾਂ ਉਹ ਇਹ ਸਾਰੇ ਨੱਚਦੇ ਅੱਗੇ। ਪੈਸਾ ਭਗਤ ਕਰਾਵੈ, ਪੈਸਾ ਜੋ ਝੋਟਾ ਹੈ, ਝੋਟੇ ਦੀ ਸਵਾਰੀ ਕੌਣ ਕਰਦਾ? ਧਰਮ ਰਾਜਾ। ਧਰਮ ਰਾਜੇ ਦਾ ਸਵਾਰੀ ਕਰਨ ਵਾਲਾ ਸਾਧਨ ਝੋਟਾ ਹੈ। ਝੋਟੇ 'ਤੇ ਬੈਠ ਕੇ ਫਿਰ ਉੱਥੇ ਧਰਮ ਰਾਜਾ ਵੀ ਆਉਂਦਾ, ਉਹ ਵੀ ਸਤਿਕਾਰ ਕਰਦਾ। ਆ ਜਿਹੜਾ ਹੁਣ ਕੋਈ ਜਾਵੇ ਨਾ ਕੋਈ ਮਨਮੁੱਖ, ਉਹਨੂੰ ਤਾਂ ਧਰਮ ਰਾਜਾ ਚੰਗਾ ਸਿੱਧਿਆਂ ਕਰਦਾ ਹੈ। ਪਰ ਜੇ ਬ੍ਰਹਮ ਗਿਆਨੀ ਜਾਏ ਤਾਂ ਧਰਮ ਰਾਜਾ ਵੀ ਕਹਿੰਦਾ ਹੈ, ਨਾਨਕ ਧਰਮ ਐਸੇ ਚਵੈ ਕੀਤੋ ਭਵਨ ਪਨੀਤ। ਉਹਦਾ ਕਹਿੰਦਾ ਮੇਰੀ ਤੁਸੀਂ ਧਰਮ ਰਾਜੇ ਦੀ ਪੂਰੀ ਪਵਿੱਤਰ ਕਰ ਦਿੱਤੀ ਹੈ। ਧਰਮ ਰਾਜਾ ਵੀ ਖੁਸ਼ੀਆਂ ਮਨਾਉਂਦਾ ਹੈ। ਵੇਖੋ ਧਰਮ ਰਾਜਾ ਇੱਕ ਹੀ ਹੈ। ਉਹੀ ਉਹ ਧਰਮ ਰਾਜਾ, ਉਹੀ ਉਹ ਦੇਵਤੇ ਕਈਆਂ ਨੂੰ ਸਿੱਧਿਆਂ ਕਰਦੇ ਹੈ, ਅਤੇ ਉਹੀ ਉਹ ਬ੍ਰਹਮ ਗਿਆਨੀ ਦਾ ਸਤਿਕਾਰ ਕਰਦੇ ਹੈ। ਆ ਜਿਵੇਂ ਬਾਬਰ ਕੇ ਹੁੰਦੇ ਹੈ ਨਾ ਸਰਕਾਰੀ ਨੌਕਰੀ ਵਾਲੇ, ਪੁਲਿਸ ਵਾਲੇ, ਉਹ ਮੰਤਰੀ MLA ਦੇ ਨਾਲ ਨਾਲ ਉਹੀ ਸਿਪਾਹੀ ਭੱਜੇ ਫਿਰਦੇ ਹੈ। ਜਿਹੜਾ ਕੋਈ ਇਹੋ ਜਿਹਾ ਕਾਬੂ ਉਹਨਾਂ ਦੇ ਆ ਜਾਏ ਤਾਂ ਉਹਨੂੰ ਹੱਥ ਕੜੀਆਂ ਲਾਈ ਫਿਰਦੇ। ਸਿਪਾਹੀ ਤਾਂ ਇੱਕੋ ਹੀ ਹੈ, ਉਹ ਸਿਪਾਹੀ ਦੋਨੋਂ ਪਾਸੇ ਫਿਰਦੇ ਹੈ। ਇਸੇ ਤਰ੍ਹਾਂ ਧਰਮ ਰਾਜਾ ਜਿਹੜੇ ਕੋਈ ਨਾਮ ਨੂਮ ਨਹੀਂ ਜਪਦੇ ਸਾਡੇ ਵਰਗੇ, ਤਾਂ ਉਹਨਾਂ ਨੂੰ ਧਰਮ ਰਾਜਾ ਚੁੱਕੀ ਫਿਰਦਾ ਹੈ, ਘਸੀਟਦੇ ਹੈ। ਬ੍ਰਹਮ ਗਿਆਨੀਆਂ ਦੇ ਅੱਗੇ ਹੱਥ ਜੋੜ ਕੇ ਸਤਿਕਾਰ ਕਰਦੇ। ਜਿਵੇਂ ਉਹ ਭਗਤ ਮਹਾਰਾਜ ਜੀ ਨੇ ਵੀ ਦੱਸਿਆ ਵੀ ਇਸ ਤਰ੍ਹਾਂ ਸਾਰੇ ਦੇਵਤੇ ਉਹ ਬ੍ਰਹਮ ਗਿਆਨੀ ਨੂੰ ਲੈਣ ਆਉਂਦੇ ਹੈ। ਅਤੇ ਸਤਿਗੁਰੂ ਮਹਾਰਾਜ ਜੀ ਦੇ ਬ੍ਰਹਮ ਗਿਆਨੀ ਆਪ ਪਰਮੇਸ਼ਰ, ਅਤੇ ਮਹਾਰਾਜ ਬ੍ਰਹਮ ਗਿਆਨੀ ਦੇ ਮਹਾਬ੍ਰਹਮ ਗਿਆਨੀ ਪਰਮੇਸ਼ਰ ਰੂਪ। ਜਿਵੇਂ ਦੇਵੀ ਦੇਵਤੇ ਸਾਰੇ ਅੱਗੋਂ ਸਤਿਗੁਰੂ ਜੀ ਨੂੰ ਸਤਿਕਾਰ ਵਜੋਂ ਲੈਣ ਆਏ, ਉਹ ਪ੍ਰਸੰਗ ਆਪਾਂ ਬੜੇ ਵਿਸਥਾਰ ਨਾਲ ਜਿਵੇਂ ਕਵੀ ਜੀ ਨੇ ਲਿਖਿਆ ਆਪਾਂ ਸਰਵਣ ਕਰੀਏ। ਕਥਾ ਸਰਵਣ ਕਰਨ ਤੋਂ ਪਹਿਲਾਂ ਗੁਰੂ ਚਰਨਾਂ ਵਿੱਚ ਨਵਾਓ ਸੀਸ। ਉਚਾਰਨ ਕਰੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ
ਸਾਹਿਬ ਜੀ ਸਵਈਆ ਨੰਦੀ ਸੋ ਬ੍ਰਿਖਬ ਚੜੇ ਸਿਵਜੂ। ਇਵੇਂ ਸਭ ਤੋਂ ਪਹਿਲਾਂ ਜੋ ਨੰਦੀ ਨਾਮੇ ਬੈਲ ਬ੍ਰਿਖਬ ਕਹੀਏ ਬੈਲ ਬਲਦਾ ਹੈ, ਜੋ ਨੰਦੀ ਨਾਮੇ ਬੈਲ 'ਤੇ ਸ਼ਿਵ ਜੀ ਜਿਹੜੇ ਸ਼ਿਵ ਜੀ ਵੱਡਾ ਦੇਵਤਾ ਸਭ ਤੋਂ ਮੰਨਿਆ ਗਿਆ। ਭਾਵੇਂ ਕੋਈ ਜਿਹੜੇ ਉਪਾਸਕ ਹੈ, ਕੋਈ ਕਹਿੰਦਾ ਬ੍ਰਹਮਾ ਵੱਡਾ, ਕੋਈ ਕਹਿੰਦੇ ਵਿਸ਼ਨੂੰ ਜੀ ਵੱਡੇ ਹੈ, ਪਰ ਸ਼ਿਵ ਜੀ ਨੂੰ ਮਹਾਦੇਵ ਕਿਹਾ ਗਿਆ ਹੈ ਕਿ ਮਹਾਦੇਵ, ਕਿਉਂਕਿ ਸਭ ਦਾ ਸੰਘਾਰ ਮਹਾਦੇਵ ਹੀ ਹੈ ਨਾ ਕਰਦਾ। ਇਹ ਜੋ ਸਭ ਤੋਂ ਵੱਡਾ ਦੇਵਤਾ ਸ਼ਿਵ ਜੀ, ਉਹਦੀ ਸਵਾਰੀ ਹੈ ਨੰਦੀ ਬੈਲ। ਉਸ ਨੰਦੀ ਬੈਲ 'ਤੇ ਚੜ੍ਹ ਕੇ ਸ਼ਿਵ ਭਗਵਾਨ ਤਨ ਉਜਲ ਇੰਦਰ ਸੰਸਾਕ ਸੁਹਾਏ। ਜਿਨ੍ਹਾਂ ਦਾ ਸਰੀਰ ਚੰਦਰਮਾ ਵਰਗਾ ਉਜਲ ਹੈ, ਜਾਂ ਜਿਨ੍ਹਾਂ ਨੇ ਸਰੀਰ ਦੇ ਉੱਪਰ ਐ ਵਿਭੂਤੀ ਸਵਾਹ ਮਿਲੀ ਹੋਈ ਅਤੇ ਚਿੱਟਾ ਕੀਤਾ ਹੋਇਆ ਸਰੀਰ, ਅਤੇ ਦੂਜਾ ਜਿਹੜਾ ਚੰਦਰਮਾ ਹੈ ਉਹਨਾਂ ਦੇ ਮੱਥੇ ਵਿੱਚ ਮਸਤਕ ਵਿੱਚ ਸੋਭਨੀਕ ਹੋ ਰਿਹਾ ਹੈ। ਪੂਰਨਮਾਸ਼ੀ ਦਾ ਜਿਹੜਾ ਚੰਦਰਮਾ ਹੈ ਇਹ ਤਾਂ ਪੂਰਾ ਹੀ ਹੈ ਨਾ, ਇਹ ਨਹੀਂ ਸ਼ਿਵ ਜੀ ਨੇ ਗ੍ਰਹਿਣ ਕੀਤਾ, ਕਿਉਂਕਿ ਉਹਦੇ ਵਿੱਚ ਕਲੰਕ ਲੱਗਾ ਹੈ। ਗੌਤਮ ਰਿਸ਼ੀ ਦੇ ਪੱਲੇ ਮਾਰਨੇ ਕਰਕੇ, ਚਾਦਰਾ ਮਾਰਨੇ ਕਰਕੇ। ਜਦੋਂ ਦੂਜਦਾ ਚੰਦਰਮਾ ਹੁੰਦਾ ਏਕਮ ਦੂਜਦਾ, ਉਦੋਂ ਚੰਦਰਮਾ 'ਤੇ ਕੋਈ ਕਲੰਕ, ਕੋਈ ਕਾਲਾ ਨਹੀਂ ਹੁੰਦਾ। ਆ ਤੁਸੀਂ ਕਿਤੇ ਵੇਖੋ ਪੂਰਨਮਾਸ਼ੀ ਦੇ ਚੰਦਰਮਾ ਨੂੰ, ਉਹਦੇ ਵਿੱਚ ਦਾਗ ਹੁੰਦਾ। ਜਦੋਂ ਸ਼ੁਰੂ ਹੁੰਦਾ ਹੈ 2 ਕੁ ਦਿਨ ਮੱਸਿਆ ਤੋਂ ਬਾਅਦ ਆ, ਉਦੋਂ ਕੋਈ ਦਾਗ ਨਹੀਂ ਹੁੰਦਾ। ਇਵੇਂ ਜਿਨ੍ਹਾਂ ਦਾ ਸਰੀਰ ਉਜਲਾ ਹੈ ਅਤੇ ਦੂਜਦਾ ਚੰਦਰਮਾ ਮਸਤਕ ਵਿੱਚ ਸੋਭਨੀਕ ਹੋ ਰਿਹਾ ਹੈ, ਜਾਂ ਸ਼ਸ਼ਾਂਕ ਕਹੀਦਾ ਹੈ ਸਹੇ ਨੂੰ। ਅੱਜ ਜਿਸ ਜਿਹੜਾ ਦੂਜਦਾ ਚੰਦਰਮਾ ਮਸਤਕ 'ਤੇ ਸ਼ੋਭਨੀਕ ਹੈ, ਅਤੇ ਜਿਸ ਵਿੱਚ ਸਹੇ ਦਾ ਨਿਸ਼ਾਨ ਹੈ, ਉਹ ਕਲੰਕ ਜਿਹਾ ਹੈ ਦਿਸ ਰਿਹਾ। ਬਿਆਲ ਕਰਾਲ ਅਲੰਕ੍ਰਿਤ ਹੈ। ਅਤੇ ਜਿਹੜੇ ਬਿਆਲ ਸੱਪ ਹੈ ਬੜੇ ਭਿਆਨਕ, ਜੋ ਭਿਆਨਕ ਸੱਪ ਹੀ ਜਿਨ੍ਹਾਂ ਦੇ ਗਲ ਦਾ ਭੂਸ਼ਿਤ ਅਲੰਕ੍ਰਿਤ ਗਹਿਣਾ ਹੈ, ਗਹਿਣਾ ਬਣਾ ਕੇ ਪਾਇਆ ਹੋਇਆ ਸੱਪ ਗਲ ਦੇ ਵਿੱਚ। ਹਰ ਖਾਲ ਵਿਸਾਲ ਸਕੰਦਨ ਪਾਏ। ਅਤੇ ਜਿਹੜੀ ਹੈ ਸ਼ੇਰ ਦੀ ਖੱਲ ਹੈ, ਸ਼ੇਰ ਦੀ ਖੱਲ ਬੜੀ ਭਾਰੀ, ਉਹ ਮੋਢਿਆਂ ਉੱਪਰ ਪਾਈ ਹੋਈ ਹੈ। ਜਦੋਂ ਕਿਤੇ ਬੈਠਣਾ ਹੁੰਦਾ ਅਤੇ ਉਹੀ ਉਹ ਮੋਢਿਆਂ ਤੋਂ ਖੱਲ ਲਾ ਕੇ ਸ਼ੇਰ ਦੀ ਥੱਲੇ ਵਿਛਾ ਲੈਂਦੇ ਹੈ ਅਤੇ ਚੌਂਕੜਾ ਮਾਰ ਕੇ ਆਸਣ ਲਾ ਲੈਂਦੇ ਹੈ। ਇਵੇਂ ਜੋ ਭਾਰੀ ਸ਼ੇਰ ਦੀ ਖੱਲ ਹੈ, ਚਮੜੀ ਹੈ, ਉਹ ਮੋਢਿਆਂ ਉੱਪਰ ਪਾਈ ਹੋਈ ਹੈ ਸ਼ਿਵ ਜੀ ਨੇ। ਗੰਗ ਤਰੰਗ ਅਮੰਕਨ ਭੰਗ। ਜਿਹੜੀ ਗੰਗਾ ਹੈ, ਗੰਗਾ ਦੀਆਂ ਤਰੰਗਾਂ ਲਹਿਰਾਂ ਹੈ, ਪਾਪਾਂ ਨੂੰ ਭੰਨਣ ਵਾਲੀਆਂ। ਜਟਾ ਮਹਿ ਪਾਰਬਤੀ ਅੰਗ ਲਾਏ। ਉਹ ਜਟਾਂ ਆਪਣੇ ਕੇਸਾਂ ਦੇ ਜੂੜੇ ਵਿੱਚ ਜਿਹੜੀ ਪਵਿੱਤਰ ਗੰਗਾ ਹੈ, ਗੰਗਾ ਦੀਆਂ ਲਹਿਰਾਂ ਹੈ, ਉਹ ਆਪਣੇ ਕੇਸਾਂ ਦੇ ਜਿਹੜੇ ਜਟਾਵਾਂ ਜੂੜੇ ਦੇ ਵਿੱਚ ਹੀ ਉਹ ਗੰਗਾ ਧਾਰਨ ਕੀਤੀ ਹੋਈ ਹੈ, ਜੋ ਪਾਪਾਂ ਨੂੰ ਭੰਨਣ ਵਾਲੀ ਹੈ। ਉਹ ਪੁਰਾਣਾਂ ਵਿੱਚ ਵੀ ਪ੍ਰਸੰਗ ਆਉਂਦਾ, ਗੁਰਬਾਣੀ ਵਿੱਚ ਵੀ ਪ੍ਰਮਾਣ ਆਉਂਦਾ ਹੈ ਸ਼ਿਵ ਜੀ ਦੇ, ਕਿਉਂਕਿ ਸਿੱਧੀ ਗੰਗਾ ਉਤਰ ਨਹੀਂ ਸੀ ਸਕਦੀ ਹੇਠਾਂ ਮਾਤ ਲੋਕ 'ਤੇ। ਸ਼ਿਵ ਭਗਵਾਨ ਨੇ ਆਪਣੇ ਸਿਰ ਅੱਗੇ ਕੀਤਾ ਹੋਇਆ ਹੈ, ਉਹ ਜੂੜੇ ਵਿੱਚ ਦੀ ਗੰਗਾ ਆ ਰਹੀ ਹੈ ਅਤੇ ਧਰਤੀ 'ਤੇ ਪੈ ਰਹੀ ਹੈ। ਜੇ ਸਿੱਧੀ ਡਿੱਗਦੀ ਤਾਂ ਸਾਰਾ ਸੰਸਾਰ ਹੀ ਉਹ ਰੁੜ ਕੇ ਲੈ ਜਾਂਦੀ। ਜਿਵੇਂ ਜਿਨ੍ਹਾਂ ਨੇ ਆਪਣੇ ਕੇਸਾਂ ਵਿੱਚ, ਜੜਾਵਾਂ ਵਿੱਚ ਗੰਗਾ ਦੀਆਂ ਲਹਿਰਾਂ ਜੋ ਪਾਪਾਂ ਨੂੰ ਭੰਨਣ ਵਾਲੀਆਂ ਧਾਰਨ ਕੀਤੀਆਂ ਹੋਈਆਂ ਹੈ, ਅਤੇ ਪਾਰਬਤੀ ਆਪਣੀ ਸੁਪਤਨੀ ਜਿਹੜੀ ਹੈ ਉਹ ਖੱਬੇ ਅੰਗ ਨਾਲ ਲਾਈ ਹੋਈ ਹੈ, ਖੱਬੇ ਪਾਸੇ ਉਸ ਨੂੰ ਨਾਲ ਬਿਠਾ ਕੇ ਲਿਆ ਰਹੇ ਹੈ। ਸੂਲ ਧਰੇ ਕਰ ਮੁੰਡ ਪਰੇ ਗਰ। ਅਤੇ ਸੱਜੇ ਹੱਥ ਵਿੱਚ ਤਰਸੂਲ ਧਾਰਿਆ ਹੋਇਆ ਹੈ, ਮੁੰਡ ਪਰੇ ਗਰੇ, ਅਤੇ ਖੋਪੜੀਆਂ ਜਿਹੜੀਆਂ
ਗਲੇ ਵਿੱਚ ਪਾਈਆਂ ਹੋਈਆਂ ਹਨ। ਦਰੋਪ ਜਿਹੜੀ ਪਾਰਵਤੀ ਕਹਿੰਦੇ ਜਿੰਨੀ ਵਾਰੀ ਉਹ ਸਰੀਰ ਛੱਡਿਆ, ਆਪਣੇ ਵੱਧ ਕੀਤਾ ਹੈ, ਉਨੀ ਵਾਰੀ ਸ਼ਿਵ ਜੀ ਨੇ ਉਹਦੇ ਖੋਪੜੀਆਂ ਜਿਹੜਾ ਸਿਰ ਜਾ ਲਾ ਕੇ ਤੇ ਖੋਪੜੀ ਆਪਣੇ ਗਲ ਵਿੱਚ ਪਾਈ ਆ, ਸ਼ਿੰਗਾਰ ਹੈ। ਇੰਨਾ ਪ੍ਰੇਮ ਸੀ। ਫਿਰ ਅਖੀਰੀ ਉਹਨੂੰ ਅਮਰ ਕਥਾ ਸੁਣਾ ਕੇ ਅਮਰ ਕੀਤਾ ਸੀ ਪਾਰਵਤੀ ਨੂੰ ਆਪਣੇ ਨਾਲ। ਸੂਲ ਤਰਸੂਲ ਸੱਜੇ ਹੱਥ ਵਿੱਚ ਧਾਰਿਆ ਹੋਇਆ, ਗਲੇ ਵਿੱਚ ਪਾਰਵਤੀ ਦੇ ਸਿਰ ਦੀਆਂ ਖੋਪੜੀਆਂ ਪੈਂਦੀਆਂ ਹੋਈਆਂ ਹਨ। ਪ੍ਰੇਮ ਕਰੇ ਔਰ ਸੋ ਚੱਲ ਆਏ। ਇਹਦੇ ਵਿੱਚ ਬਹੁਤ ਭਾਰੀ ਪ੍ਰੇਮ ਕਰਕੇ ਸ਼ਿਵ ਜੀ ਗੁਰੂ ਮਹਾਰਾਜ ਜੀ ਦੇ ਨਾਲ ਮਹਾਰਾਜ ਜੀ ਦਰਸ਼ਨ ਕਰਨ ਵਾਸਤੇ ਚੱਲ ਕੇ ਆਏ ਹੈ। ਸੰਗ ਪੰਚਾਨਨ ਤਾਤ ਖੜਾਨਨ ਹੈ। ਜੋ ਪੰਜਾਂ ਮੁੱਖਾਂ ਵਾਲਾ ਹੈ ਸ਼ਿਵ ਜੀ, ਉਹਦੇ ਨਾਲ ਤਾਤ ਕਹੀਏ ਪੁੱਤਰ ਖੜਾਨਨ, 6 ਮੁੱਖਾਂ ਵਾਲਾ ਸਵਾਮ ਕਾਰਤਿਕ ਜਿਹਦੇ 6 ਮੂੰਹ ਹੈ, ਉਹ ਵੀ ਨਾਲ ਹੀ ਹੈ। ਦੁਰਦਾਨਨ ਸ਼ੋਭ ਵਡਾਏ। ਦੁਰਦਾਨਨ ਜੋ ਹਾਥੀ ਦੇ ਮੂੰਹ ਵਾਲਾ, ਉਹ ਕੌਣ ਹੈ? ਗਣੇਸ਼। ਗਣੇਸ਼ ਵੀ ਬੜੀ ਸੋਭਾ ਵਧਾ ਰਿਹਾ ਹੈ, ਉਹ ਵੀ ਨਾਲ ਹੀ ਆਇਆ ਹੈ। ਕਿਉਂਕਿ ਸ਼੍ਰੀਮਦ ਭਾਗਵਤ ਪੁਰਾਣ 'ਚ ਐਸੀ ਕਥਾ ਹੁੰਦੀ ਹੈ ਕਿ ਜੋ ਪਾਰਵਤੀ ਨੇ ਜਦੋਂ ਇਸ਼ਨਾਨ ਕਰਨਾ ਸੀ, ਆਪਣੀ ਮੈਲ ਤੋਂ ਹੀ ਇਸ ਗਣੇਸ਼ ਨੂੰ ਬਣਾਇਆ, ਇੱਕ ਬਾਲਕ ਬੱਚਾ ਬਣਾ ਦਿੱਤਾ ਅਤੇ ਉਹਨੂੰ ਖੜਿਆਂ ਕਰ ਦਿੱਤਾ ਵੀ ਮੈਂ ਇਸ਼ਨਾਨ ਕਰਨਾ ਹੈ ਅਤੇ ਤੂੰ ਕਿਸੇ ਨੂੰ ਜਿਹੜਾ ਇਸ ਘਰ ਵਿੱਚ ਮਕਾਨ ਵਿੱਚ ਪ੍ਰਵੇਸ਼ ਨਹੀਂ ਕਰਨ ਦੇਣਾ। ਜਿਵੇਂ ਸੋਟਾ ਜਿਹਾ ਫੜਾ ਕੇ ਇਹਨੂੰ ਖੜਿਆਂ ਕਰ ਦਿੱਤਾ। ਇਹਨੇ ਨੂੰ ਸ਼ਿਵ ਜੀ ਆ ਗਿਆ, ਉਹ ਉਹਨੂੰ ਲੰਘਣ ਨਾ ਦੇ, ਕਹਿਣ ਲੱਗਾ ਵੀ ਮੇਰੀ ਮਾਤਾ ਇਸ਼ਨਾਨ ਕਰਦੀ, ਤੂੰ ਅੱਗੇ ਨਹੀਂ ਲੰਘ ਸਕਦਾ। ਹੁਣ ਉਹਨੇ ਵੇਖਿਆ ਨਹੀਂ ਸੀ ਸ਼ਿਵ ਜੀ ਨੇ, ਉਹ ਕਹਿਣ ਲੱਗਾ ਵੀ ਉਹ ਤੂੰ ਕੌਣ ਮਾਂ ਵਾਲਾ? ਇਹ ਕਹਿੰਦਾ ਮੈਂ ਮੇਰੀ ਮਾਂ ਹੈ, ਮੈਂ ਤੈਨੂੰ ਨਹੀਂ ਲੰਘਣ ਦਿਆਂਗਾ। ਉਹ ਫਿਰ ਗੁੱਸੇ ਵਿੱਚ ਆ ਕੇ ਤਰਸੂਲ ਨਾਲ ਇਹ ਬਾਲਕ ਦਾ ਸਿਰ ਜਾ ਵੱਢ ਦਿੱਤਾ, ਆਪ ਅੱਗੇ ਲੰਘ ਗਿਆ। ਅਤੇ ਪਾਰਵਤੀ ਕਹਿਣ ਲੱਗੀ ਵੀ ਤੁਹਾਨੂੰ ਕਿਸੇ ਨੇ ਰੋਕਿਆ ਨਹੀਂ ਹੈ? ਕਹਿੰਦੇ ਹਾਂ, ਇੱਕ ਵਾਰ ਸ਼ੋਕਰਾ ਜਿਹਾ ਸੀ, ਉਹ ਮੈਨੂੰ ਰੋਕ ਰਿਹਾ। ਮੈਂ ਕਿਹਾ ਤੂੰ ਕੌਣ ਮਾਂ ਕਹਿਣ ਵਾਲਾ? ਤੂੰ ਕਿੱਥੇ ਆ ਗਿਆ ਤੂੰ ਮਾਂ ਵਾਲਾ ਐਡੀ ਛੇਤੀ? ਅਤੇ ਕਹਿੰਦੀ ਫਿਰ ਤੂੰ ਕੀ ਕੀਤਾ ਹੈ? ਕਹਿੰਦੇ ਕਰਨਾ ਕੀ, ਉਹਦਾ ਮੈਂ ਜਿਹੜਾ ਖਾਤਮਾ ਕਰ ਦਿੱਤਾ, ਉਹਦਾ ਸਿਰ ਵੱਢ ਦਿੱਤਾ ਹੈ। ਫਿਰ ਉਸ ਵੇਲੇ ਪਾਰਵਤੀ ਜਿਹੜਾ ਰੋਣਾ ਸ਼ੁਰੂ ਕਰ ਦਿੱਤਾ ਵੀ ਜਿਉਂਦਾ ਕਰੋ ਨਹੀਂ ਤਾਂ ਮੈਂ ਮਰਦੀ ਹਾਂ। ਅਤੇ ਉਸ ਵੇਲੇ ਨੇ ਸ਼ਿਵ ਜੀ ਨੇ ਆਪਣੇ ਗਣਾਂ ਨੂੰ ਕਿਹਾ ਵੀ ਜੰਗਲ ਵਿੱਚ ਜਾਂ ਕਿਤੇ ਵੀ ਜਿੱਥੇ ਕੋਈ ਬੱਚਾ ਆਪਣੀ ਮਾਂ ਨੂੰ ਪਿੱਠ ਕਰਕੇ ਬੈਠਾ ਹੋਏਗਾ, ਉਹਦਾ ਸਿਰ ਵੱਢ ਕੇ ਲੈ ਆਉਣਾ। ਉਹ ਜੰਗਲ ਵਿੱਚ ਵਿਚਰਦਿਆਂ ਨੇ ਹਾਥਣੀ ਬੈਠੀ ਸੀ ਅਤੇ ਹਾਥਣੀ ਦਾ ਬੱਚਾ ਪਿੱਠ ਕਰਕੇ ਮਾਂ ਨੂੰ ਬੈਠਾ ਸੀ, ਉਹਦਾ ਸਿਰ ਵੱਢ ਕੇ ਲਿਆਏ। ਫਿਰ ਉਹ ਸਿਰ ਜੋੜਿਆ, ਜਿਸ ਕਰਕੇ ਗਣੇਸ਼ ਦਾ ਹੁਣ ਸਿਰ ਜਿਹੜਾ ਉਹ ਹਾਥੀ ਵਾਲਾ ਮੂੰਹ ਹੈ। ਅਤੇ ਦੁਰਦ ਦਾ ਅਰਥ ਹੀ ਹੁੰਦਾ ਵੀ ਰੱਦ ਕਹੀਦਾ ਦੰਦਾਂ ਨੂੰ, ਦੋ ਨਾਮ ਦੋਵਾਂ ਦਾ। ਜੋ 2 ਦੰਦਾਂ ਵਾਲਾ ਹੈ ਉਹ ਕੌਣ ਹੈ? ਹਾਥੀ ਹੈ, ਉਹਦੇ 2 ਦੰਦ ਬਾਹਰ ਹੁੰਦੇ ਹੈ। ਇਸੇ ਤਰ੍ਹਾਂ 2 ਦੰਦਾਂ ਵਾਲਾ ਵੀ ਉਹਦੇ ਮੁੱਖ 'ਚ ਵੀ ਦੰਦ ਹੁੰਦੇ, ਜਿੰਨਾ ਪੱਠਾ ਦਾਣਾ ਖਾਂਦਾ, 2 ਦੰਦ ਉਹਦੇ ਬਾਹਰ ਲੱਗੇ ਹੁੰਦੇ ਹੈ। ਇਵੇਂ ਜੋ 2 ਦੰਦਾਂ ਵਾਲਾ ਹੈ ਉਹ ਕੌਣ? ਹਾਥੀ। ਜੋ ਹਾਥੀ ਦੇ ਮੁੱਖ ਵਾਲਾ ਗਣੇਸ਼ ਹੈ, ਉਹ ਵੀ ਬੜੀ ਸੋਭਾ ਵਧਾ ਰਿਹਾ ਹੈ। ਬ੍ਰਿੰਦ ਵੱਡੇ ਗਣ ਸਾਥ ਬਿਰਾਜਤ। ਜਿਸ ਨਾਲ ਉਹਦੇ ਗਣੇਸ਼ ਕਿਹਾ ਨਾ ਵੀ ਜੋ ਗਣਾਂ ਦਾ ਈਸ਼ ਹੈ, ਗਣੇਸ਼ ਦੇ ਗਣ ਬੜੇ ਬੜੇ ਵੱਡੇ ਬਹੁਤ ਨਾਲ ਹੀ ਬਿਰਾਜ ਰਹੇ, ਸਜ ਧਜ ਰਹੇ ਹੈ। ਦੇਖ ਸਰੂਪ ਸਭ ਹਰ ਖਾਏ। ਗੁਰੂ ਨਾਨਕ ਸਾਹਿਬ ਜੀ ਦਾ ਸੋਹਣਾ ਸਰੂਪ ਦੇਖ ਕੇ ਇਹ ਸਾਰੇ ਜਿਹੜੇ ਦੇਵਤੇ ਹੈ ਬੜੇ ਖੁਸ਼ ਹੋਏ ਹੈ। ਜੈ ਸੁਖਦਾਇਕ ਜੈ ਸੁਰਨਾਇਕ। ਐਵੇਂ ਸ਼ਿਵ ਜੀ ਸਮੇਤ ਸਾਰੇ ਜਾਣੇ ਮਿਲ ਕੇ ਕਹਿਣ ਲੱਗੇ, ਸੁੱਖਾਂ ਨੂੰ ਦੇਣ ਵਾਲੇ ਗੁਰੂ ਨਾਨਕ ਸਾਹਿਬ ਜੀ ਤੁਹਾਡੀ ਜੈ ਹੋਵੇ। ਦੇਵਤਿਆਂ ਦੇ ਨਾਇਕ ਮਾਲਕ ਗੁਰੂ ਨਾਨਕ ਸਾਹਿਬ ਜੀ ਤੁਹਾਡੀ ਜੈ ਹੋਵੇ, ਫਤਿਹ ਹੋਵੇ। ਜੈ ਇਠ ਪਾਇਕ ਵਾਕ ਲਾਏ। ਇਹ ਆਪਣੇ ਦਾਸਾਂ ਨੂੰ ਪਿਆਰ ਕਰਨ ਵਾਲੇ ਦਾਸਾਂ ਦੇ ਪਿਆਰੇ ਗੁਰੂ ਨਾਨਕ ਸਾਹਿਬ ਜੀ ਤੁਹਾਡੀ ਜੈ ਹੋਵੇ।
ਇਵੇਂ ਬਚਨ ਕਹੇ ਨਾ ਸਾਰਿਆਂ ਨੇ। ਬੰਦ ਉਬੈ ਕਰ ਬੰਦਤ ਹੈ। ਐਵੇਂ ਦੋਵੇਂ ਹੱਥ ਜੋੜ ਕੇ ਤੇ ਸ਼ਿਵ ਜੀ ਨੇ, ਗਣੇਸ਼ ਨੇ, ਉਹਦੇ ਪੁੱਤਰਾਂ ਨੇ, ਸਭ ਨੇ ਜਿਹੜੇ ਹੈ ਦੋਵੇਂ ਹੱਥ ਜੋੜ ਕੇ ਮਹਾਰਾਜ ਚਰਨਾਂ 'ਤੇ ਮੱਥਾ ਟੇਕਿਆ ਹੈ। ਵਹ ਫੂਲਨ ਕੀ ਬਰਖਾ ਬਰਖਾਏ। ਫਿਰ ਫੁੱਲਾਂ ਦੀ ਬਹੁਤ ਵਰਖਾ ਵਰਖਾਉਂਦੇ, ਸਤਿਗੁਰ ਜੀ ਉੱਪਰ ਫੁੱਲ ਬਰਸਾਉਂਦੇ ਹਨ। ਹੰਸ ਚੜੇ ਚਤੁਰਾਨਨ ਨਾਰਦ। ਹੰਸ ਦੀ ਸਵਾਰੀ ਕਰਨ ਵਾਲੇ, ਚਾਰ ਮੂੰਹਾਂ ਵਾਲੇ ਬ੍ਰਹਮਾ ਜੀ ਹੰਸ ਉੱਪਰ ਚੜੇ ਹੋਏ ਤੇ ਨਾਲ ਉਹਨਾਂ ਦਾ ਪੁੱਤਰ ਨਾਰਦ ਵੀ। ਸਾਰਦ ਬੁੱਧ ਵਿਸਾਰਦ ਆਏ। ਸਾਰਦ ਕਵਿਤਾ ਦੀ ਦਾਤੀ, ਇੱਕ ਦੇਵੀ ਸਾਰਦਾ ਤੇ ਇਹ ਬੁੱਧ ਵਿਸਾਰਦ, ਜੋ ਬੁੱਧੀ ਦੇ ਵਿੱਚ ਬੜੇ ਚਤਰ ਹੈ। ਇਹ ਤਿੰਨੋਂ ਵੀ ਆਏ ਹੈ। ਬੁੱਧ ਵਿਸਾਰਦ ਜਾਂ ਵੀ ਜਿਹੜੇ ਬੁੱਧੀ ਦੇ ਵਿੱਚ ਬੜੇ ਚਤਰ ਹੈ ਨਾ, ਮਹਾਨ, ਉਹ ਸਾਰੇ ਆਏ ਹੈ। ਬੁੱਧ ਵਿਸਾਰਦ ਇੱਕ ਜਿਹੜਾ ਰਿਸ਼ੀ ਦਾ ਨਾਮ ਹੀ ਹੈ ਚਤਰ ਬੁੱਧ ਉਹਦਾ ਨਾਂ ਰਿਸ਼ੀ ਦਾ, ਉਹ ਰਿਸ਼ੀ ਜੀ ਵੀ ਆਏ ਹੈ। ਹੁਣ ਚਤੁਰਾਨਨ ਬ੍ਰਹਮਾ ਵੀ ਚਾਰ ਵੇਦਾਂ ਦਾ ਕਰਤਾ, ਇਸ ਕਰਕੇ ਚਤਰ ਬੁੱਧੀ ਵਾਲੇ ਹੈ, ਵੱਡੀ ਬੁੱਧੀ ਵਾਲੇ ਹੈ। ਨਾਰਦ ਜੀ 11 ਪ੍ਰਕਾਰ ਦੀ ਭਗਤੀ ਕਰਨ ਵਾਲੇ ਹੈ, ਪੰਜ ਰਾਤਰੀ ਸ਼ਾਸਤਰ ਲਿਖਣ ਵਾਲੇ ਹੈ। ਸਾਰਦਾ ਜਿਹੜੀ ਸਾਰੀ ਸ਼ਕਤੀ ਹੈ, ਕਵਿਤਾ ਦੀ ਦਾਤੀ ਹੈ, ਬਹੁਤ ਤਗੜੀ। ਇਵੇਂ ਜੋ ਬੁੱਧੀ ਵਿੱਚ ਬੜੇ ਚਤਰ ਹੈ, ਇਹ ਵੀ ਸਾਰੇ ਆਏ ਹੈ। ਪ੍ਰੇਮ ਭਰੇ ਔਰ ਬੇਨ ਬਜਾਵਤ। ਬੀਣਾ ਨੂੰ ਵਜਾਉਂਦੇ ਵਜਾਉਂਦੇ ਪ੍ਰੇਮ ਹਿਰਦੇ ਵਿੱਚ ਬੜਾ ਭਰਿਆ ਹੋਇਆ ਨਾਰਦ ਜੀ ਦੇ। ਸਨਕ ਸਨੰਦ ਹਿਰਦੈ ਹਰਿ ਖਾਏ। ਬ੍ਰਹਮਾ ਦੇ 4 ਸੁਪੁੱਤਰ ਸਨਕ, ਸਨੰਦਨ, ਸਨਾਤਨ, ਸੰਤ ਕੁਮਾਰ, ਜਿਨ੍ਹਾਂ ਦੀ ਉਮਰ 5 ਸਾਲ ਹੀ ਰਹਿੰਦੀ ਹੈ, ਉਹ ਵੀ ਹਿਰਦੇ ਵਿੱਚ ਬੜਾ ਪ੍ਰਸੰਨ ਹੋਏ ਹੈ ਗੁਰੂ ਸਾਹਿਬ ਕੇ ਦਰਸ਼ਨ ਕਰਕੇ। ਕੌਸਕ ਭ੍ਰਿੰਗ ਵਸਿਸ਼ਠ ਮੁਨੀ। ਇਸੇ ਤਰ੍ਹਾਂ ਕੌਸਕ ਜੋ ਗਾਂਧ ਦੇ ਪੁੱਤਰ ਵਿਸ਼ਵਾਮਿੱਤਰ ਹੈ, ਤੇ ਭ੍ਰਿੰਗੀ ਰਿਸ਼ੀ ਜੋ ਹੈ, ਇਸੇ ਤਰ੍ਹਾਂ ਵਸਿਸ਼ਠ ਮੁਨੀ ਰਾਮ ਜੀ ਦੇ ਗੁਰੂ। ਅੰਗਰਾ ਸੋ ਪੁਲਸਤ ਮਹਾ ਸੁਖ ਪਾਏ। ਅੰਗਰਾ ਰਿਸ਼ੀ ਜੀ, ਪੁਲਸਤ ਰਿਸ਼ੀ ਜੀ, ਉਹਨਾਂ ਨੇ ਬਹੁਤ ਸੁਖ ਪਾਇਆ ਹੈ ਆ ਕੇ। ਅਤਰ ਅਗਸਤ ਪਰਾਸੁਰ ਵਿਆਸ। ਅਤਰ ਰਿਸ਼ੀ ਜੀ, ਅਗਸਤ ਰਿਸ਼ੀ ਜੀ, ਜਿਨ੍ਹਾਂ ਨੇ 2.5 ਚੂੜੀਆਂ ਸਾਰਾ ਸਮੁੰਦਰ ਪੀਤਾ ਸੀ। ਪਰਾਸਰ ਰਿਸ਼ੀ ਸੀ ਜੀ ਤੇ ਵਿਆਸ ਰਿਸ਼ੀ ਜੀ। ਸਦਾ ਦਰਸ਼ਨ ਗੁਰੂ ਸੁਖ ਪਾਏ। ਸਾਰੇ ਰਿਸ਼ੀਆਂ ਨੇ ਗੁਰੂ ਕੇ ਦਰਸ਼ਨ ਕਰਕੇ ਬਹੁਤ ਸੁਖ ਪਾਇਆ ਹੈ। ਦੋਹਰਾ ਬਾਲਮੀਕ ਅਰ ਰੋਮ ਰਿਖ। ਇਸੇ ਤਰ੍ਹਾਂ ਬਾਲਮੀਕ ਰਿਸ਼ੀ ਜੀ, ਜਿਹੜੇ ਚਿਰੰਜੀਵੀ ਰਿਸ਼ੀ, ਉਹਨਾਂ ਦੇ ਨਾਮ ਆ ਰਹੇ ਹੈ, ਜਿਨ੍ਹਾਂ ਨੇ ਰਮਾਇਣ ਪਹਿਲਾਂ 10,000 ਵਾਰਾ ਲਿਖ ਦਿੱਤੀ ਸੀ। ਇਵੇਂ ਬਾਲਮੀਕ ਰਿਸ਼ੀ, ਚਿਰੰਜੀਵੀ, ਉਹ ਵੀ ਆਏ ਹੈ, ਅਤੇ ਰੋਮ ਰਿਸ਼ੀ, ਜਿਨ੍ਹਾਂ ਦਾ ਨਾਮ ਲੋਮਸ ਰਿਸ਼ੀ ਹੈ, ਅਤੇ ਜਿਨ੍ਹਾਂ ਦੇ ਰੋਮ ਜਿਹੜੇ ਰੋਮ ਜਾਂ ਪੁੱਟ ਦਿੰਦੇ ਆਪਣਾ ਜੋ ਸ੍ਰਿਸ਼ਟੀ ਨਾਸ ਹੁੰਦੀ ਹੈ, ਅਤੇ ਲੋਮਸ ਦਾ ਅਰਥ ਹੁੰਦਾ ਰੋਮ ਰਿਸ਼ੀ ਵੀ, ਜੋ ਰੋਮਾਂ ਵਾਲਾ ਰਿਸ਼ੀ ਹੈ। ਅਤੇ ਇਹ ਲੋਮਸ ਰਿਸ਼ੀ ਦੇ ਗਲ ਵਿੱਚ ਹੀ ਪ੍ਰੀਸ਼ਤ ਰਾਜੇ ਨੇ ਸੱਪ ਗਲ 'ਚ ਮਰਿਆ ਪਾ ਦਿੱਤਾ ਸੀ। ਜਿਸ ਵੇਲੇ ਫਿਰ ਸ੍ਰਿੰਗੀ ਰਿਸ਼ੀ ਨੇ ਸ਼ਰਾਪ ਦਿੱਤਾ ਵੀ 7 ਦਿਨਾਂ ਵਿੱਚ ਤੱਛਕ ਨਾਗ ਡੰਗੇਗਾ ਪ੍ਰੀਸ਼ਤ ਰਾਜੇ ਨੂੰ, ਤੈਨੂੰ ਡੰਗਿਆ ਸੀ, ਮਾਰਿਆ ਸੀ। ਫਿਰ ਇਹ ਲੋਮਸ ਰਿਸ਼ੀ ਨੂੰ ਮਹਾਭਾਰਤ ਵਿੱਚ ਸਾਧ ਸੰਗਤ ਜੀ ਅਮਰ ਲਿਖਿਆ ਹੈ। ਮਹਾਭਾਰਤ ਜੀ ਵੀ ਲਿਖਿਆ ਹੈ ਅਤੇ ਭਾਈ ਗੁਰਦਾਸ ਜੀ ਨੇ ਵੀ ਲਿਖਿਆ ਹੈ। ਉਹ ਭਾਈ ਗੁਰਦਾਸ ਜੀ ਲਿਖਦੇ ਆ, ਵੱਡੀ ਆਰਜਾ ਇੰਦਰ ਕੀ, ਇੰਦਰਪੁਰੀ ਵਿੱਚ ਰਾਜ ਕਮਾਵੈ। 14 ਇੰਦਰ ਵਿਨਾਸ਼ ਕਾਲ, ਬ੍ਰਹਮੇ ਦਾ ਇੱਕ ਦਿਵਸ ਵਿਹਾਵੈ। ਧੰਦੇ ਹੀ ਬ੍ਰਹਮਾ ਮਰੈ, ਲੋਮਸ ਦਾ ਇੱਕ ਰੋਮ ਸਜਾਵੈ। ਵੀ ਇੰਦਰ ਦੀ ਬੜੀ ਵੱਡੀ ਉਮਰ ਹੈ, ਅਤੇ ਇੰਦਰਪੁਰੀ ਵਿੱਚ, ਸਵਰਗਪੁਰੀ ਵਿੱਚ ਰਾਜ ਕਮਾਉਂਦਾ ਹੈ।
14 ਇੰਦਰਾਂ ਦਾ ਸਮਾਂ ਨਾਸ ਹੋ ਜਾਂਦਾ, ਭਾਵ 14 ਇੰਦਰ ਦੇਵਤੇ ਮਰ ਜਾਂਦੇ ਹੈ ਅਤੇ ਬ੍ਰਹਮੇ ਦਾ ਇੱਕ ਦਿਨ ਹੀ ਬੀਤਦਾ ਹੈ, ਜਿਹਨੂੰ ਕਲਪ ਦਿਨ ਕਿਹਾ ਜਾਂਦਾ ਹੈ। ਇਹੋ ਜਿਹੇ ਕਲਪ ਦਿਨ 360 65 ਹੋਣ ਅਤੇ ਬ੍ਰਹਮੇ ਦਾ 1 ਸਾਲ, ਉਹੋ ਜਿਹਾ 100 ਸਾਲ ਹੋਵੇ ਅਤੇ ਬ੍ਰਹਮੇ ਦੀ ਉਮਰ ਪੂਰੀ ਹੁੰਦੀ ਹੈ। ਧੰਦੇ ਹੀ ਬ੍ਰਹਮਾ ਮਰੈ, ਭਾਵ ਸੰਸਾਰ ਦੀ ਰਚਨਾ ਕਰਦਾ ਕਰਦਾ ਹੀ ਬ੍ਰਹਮਾ ਮਰ ਜਾਂਦਾ ਹੈ। ਲੋਮਸ ਦਾ ਇੱਕ ਰੋਮਸ਼ ਜਾਵੇ, ਅਤੇ ਲੋਮਸ ਰਿਸ਼ੀ ਜਿਹੜਾ ਹੈ, ਰੋਮ ਰਿਸ਼ੀ ਦਾ ਨਾਮ ਹੋਣਾ ਹੈ। ਇਹ ਕਹਿੰਦੇ ਉਸ ਵੇਲੇ ਜਦੋਂ ਬ੍ਰਹਮਾ ਮਰ ਜਾਂਦਾ ਅਤੇ ਹੁਣ ਲੋਮਸ ਰਿਸ਼ੀ ਕੀ ਕਰਦਾ ਵੀ ਇੱਕ ਆਪਣਾ ਜਿਹੜਾ ਨਾ ਸਰੀਰ ਦਾ ਰੋਮ ਪੁੱਟ ਦਿੰਦਾ ਹੈ। ਇੰਨੀ ਇਹਦੀ ਉਮਰ ਲਿਖੀ ਹੈ ਕਿ ਬ੍ਰਹਮਾ ਵੀ ਖਤਮ ਹੋ ਜਾਂਦਾ ਅਤੇ ਲੋਮਸ ਰਿਸ਼ੀ ਇੱਕ ਰੋਮ ਪੁੱਟ ਕੇ ਕਹਿੰਦਾ ਕਿ ਬ੍ਰਹਮਾ ਤਾਂ ਰੋਜ਼ ਰੋਜ਼ ਮਰਦਾ ਅਤੇ ਕਿਹੜਾ ਰੋਜ਼ ਰੋਜ਼ ਭੱਦਨ ਕਰਾਵੇ। ਜਿਵੇਂ ਉਹ ਹਿੰਦੂ ਲੋਕ ਸਨਾਤਨ ਮਤੀਏ ਮੁੰਡਣ ਕਰਾਉਂਦੇ ਨਾ ਪਿਤਾ ਮਰੇ ਅਤੇ ਕਹਿੰਦੇ ਵੀ ਬ੍ਰਹਮਾ ਦੇ ਰੋਜ਼ ਰੋਜ਼ ਮਰਦਾ ਹੈ, ਕਿਹੜਾ ਜਿਹੜਾ ਆਪਣਾ ਰੋਜ਼ ਰੋਜ਼ ਹੀ ਭੱਦਨ ਕਰਾਵੇ, ਭਾਵ ਕਿਹੜਾ ਸਿਰ ਮਨਾਵੇ। ਫਿਰ ਇੱਕ ਰੋਮ ਪੁੱਟ ਦਿੰਦਾ ਹੈ ਰੋਮ ਰਿਸ਼ੀ। ਇਹ ਰੋਮ ਰਿਸ਼ੀ ਜੋ ਅਮਰ ਹੀ ਹੈ, ਬੜੀ ਉਮਰ ਲਿਖੀ ਹੈ, ਜਿਨ੍ਹਾਂ ਦੀ ਮਹਾਂਭਾਰਤ ਵਿੱਚ ਭਾਈ ਗੁਰਦਾਸ ਜੀ ਨੇ ਦੱਸਿਆ। ਰੋਮ ਰਿਸ਼ੀ ਵੀ ਆਇਆ ਹੈ, ਕਾਕ ਬਸੁੰਡ ਸੁਗੜ ਸਜਾਨ, ਜਿਨ੍ਹਾਂ ਨੂੰ ਸਤਿਗੁਰੂ ਜੀ ਆ ਮਿਲੇ ਸਨ ਸੱਚਖੰਡ ਜਾਂਦਿਆਂ, ਉਹ ਵੀ ਆਇਆ ਹੈ। ਬਕਦਾਲਬ ਤੇ ਆਦ ਸਭ, ਇਸੇ ਤਰ੍ਹਾਂ ਬਕਦਾਲਬ ਰਿਸ਼ੀ ਜਿਹੜਾ ਹੈ, ਇਹ ਪੰਚਾਲ ਦੇਸ਼ ਦਾ ਇੱਕ ਰਿਸ਼ੀ ਹੈ, ਜੋ ਜਿਹਦਾ ਸਰਸਵਤੀ ਨਦੀ ਦੇ ਕਿਨਾਰੇ ਆਸ਼ਰਮ ਸੀ ਅਤੇ ਧ੍ਰਿਤਰਾਸ਼ਟਰ ਦੇ ਰਾਜੇ ਦੇ ਵਿੱਚ ਇਹ ਰਹਿ ਰਿਹਾ ਸੀ। ਕਹਿੰਦੇ ਦਾ ਮਹਾਂਭਾਰਤ ਵਿੱਚ ਹੀ ਐਸਾ ਪ੍ਰਸੰਗ ਆਉਂਦਾ ਹੈ ਵੀ ਬਕਦਾਲਬ ਰਿਸ਼ੀ ਨੇ ਵਿਸ਼ਵਜਿੱਤ ਰਾਜੇ ਦਾ ਜੱਗ ਸੰਪੂਰਨ ਕੀਤਾ ਸੀ, ਜਿਸ ਕਰਕੇ ਉਹਨੇ 21 ਬਲਦ ਇਹਨੂੰ ਦਸ਼ਨਾ ਵਿੱਚ ਦਿੱਤੇ ਨੂੰ ਮਿਲੇ ਸਨ। ਇਹਨੇ ਉਹ 21 ਦੇ 21 ਬਲਦ ਹੀ ਰਿਸ਼ੀਆਂ ਨੂੰ ਦਾਨ ਕਰ ਦਿੱਤੇ। ਧ੍ਰਿਤਰਾਸ਼ਟਰ ਨੂੰ ਰਾਜਾ ਸਮਝ ਕੇ ਉਹਦੇ ਪਾਸ ਗਿਆ ਵੀ ਹੋਰ ਬਲਦ ਮੰਗੇ। ਉਹ ਅੱਗੋਂ ਕ੍ਰੋਧ ਵਿੱਚ ਬੋਲਿਆ ਵੀ ਆ ਮੇਰੀਆਂ ਮਰੀਆਂ ਹੋਈਆਂ ਗਾਵਾਂ ਹੀ ਤੂੰ ਲੈ ਜਾ। ਅਤੇ ਇਹ ਜਿਹੜਾ ਬਕਦਾਲਬ ਰਿਸ਼ੀ ਹੈ ਉਹ ਸਾਰੀਆਂ ਮਰੀਆਂ ਗਾਵਾਂ ਹੀ ਲੈ ਆਇਆ। ਅਤੇ ਧ੍ਰਿਤਰਾਸ਼ਟਰ ਨੂੰ ਹਉਮੈ ਪੁੱਠਾ ਬੋਲਦਾ, ਉਹਦਾ ਰਾਜ ਨਸ਼ਟ ਕਰਨ ਵਾਸਤੇ ਜੱਗ ਸ਼ੁਰੂ ਕਰ ਦਿੱਤਾ। ਅਤੇ ਗਾਈਆਂ ਦਾ ਜਿਹੜਾ ਮਾਸ ਸੀ ਜਦੋਂ ਕੱਟ ਕੱਟ ਕੇ ਜੱਗ ਵਿੱਚ ਪਾਵੇ, ਧ੍ਰਿਤਰਾਸ਼ਟਰ ਦਾ ਰਾਜ ਜਿਹੜਾ ਨਸ਼ਟ ਹੁੰਦਾ ਜਾਵੇ। ਫਿਰ ਉਹਨੇ ਮਾਫੀ ਮੰਗੀ ਸੀ। ਇਹਦਾ ਐਵੇਂ ਬਕਦਾਲਬ ਜਿਹੜਾ ਰਿਸ਼ੀ ਹੈ, ਜਿਸ ਨੇ ਆ ਪ੍ਰਯਾਗਰਾਜ 'ਤੇ ਵੀ ਮਰਿਆਦਾ ਬੰਨੀ ਹੈ ਕਿ ਮਾਘ ਦੇ ਮਹੀਨੇ ਵਿੱਚ ਰਿਸ਼ੀ ਆਉਣ, ਇਸ਼ਨਾਨ ਕਰਕੇ ਇੱਥੇ ਮਾਘ ਦੇ ਮਹੀਨੇ ਵਿੱਚ ਸਾਰੇ ਰਿਸ਼ੀ ਅਤੇ ਕਥਾ ਕਰਨ ਅਤੇ ਕਥਾ ਸੁਣਨ ਬੜਾ ਮਹਾਤਮ ਹੋਵੇਗਾ। ਇਸ ਬਕਦਾਲਬ ਰਿਸ਼ੀ ਜਿਹਨੇ ਐਸੀ ਮਰਿਆਦਾ ਬੰਨੀ ਹੋਈ, ਇਹ ਵੀ ਇਤਿਹਾਦਕ ਸਾਰੇ ਰਿਸ਼ੀ ਆਏ ਰਿਸ਼ੀ ਮਹਾਨ, ਹੋਰ ਵੀ ਸਪਤ ਰਿਸ਼ੀ ਬਹੁਤ ਬੇਅੰਤ ਰਿਸ਼ੀ ਮਹੋਤੇ ਆਏ ਹੈ ਉੱਥੇ ਕਰਤਾਰਪੁਰ ਸਾਹਿਬ ਮਹਾਰਾਜ ਜੀ ਦੇ ਦਰਸ਼ਨਾਂ ਨੂੰ। ਨਾਮ ਦੇਵ ਜੈ ਦੇਵ ਜਨ, ਜਿਹੜੇ ਫਿਰ ਹੋਰ ਭਗਤ ਹੋਏ ਅਤੇ ਰਿਸ਼ੀ ਸਨ ਜਿਹੜੇ ਭਗਤ ਹੋਏ ਹੈ ਸੰਸਾਰ ਵਿੱਚ, ਭਗਤ ਨਾਮਦੇਵ ਜੀ, ਭਗਤ ਜੈਦੇਵ ਜੀ, ਧੰਨਾ ਸੈਨ ਕਬੀਰ, ਭਗਤ ਧੰਨਾ ਜੀ, ਭਗਤ ਸੈਣ, ਭਗਤ ਕਬੀਰ ਜੀ। ਹਿਤ ਦਰਸ਼ਨ ਕੇ ਭਗਤ ਸਭ, ਸਾਰੇ ਜਿੰਨੇ ਭਗਤਾਂ ਦੀ ਗੁਰਬਾਣੀ ਹੈ ਇਹ ਵੀ ਭਗਤ ਹੋਰ ਸਤਿਯੁਗ ਤੋਂ ਲੈ ਕੇ ਤ੍ਰੇਤੇ ਦੁਆਪਰ ਜਿੰਨਿਆਂ ਨੂੰ ਸਤਿਗੁਰੂ ਜੀ ਧਰੂ ਪ੍ਰਹਿਲਾਦ ਭਗਤ ਹੋਣਾ ਸਾਰਿਆਂ ਨੂੰ ਮਿਲੇ ਸਨ। ਸਭ ਭਗਤ ਹੀ ਮਹਾਰਾਜ ਜੀ ਦੇ ਦਰਸ਼ਨਾਂ ਵਾਸਤੇ ਆਏ ਹੈ। ਆਏ ਗੁਰ ਕੇ ਤੀਰ, ਗੁਰੂ ਮਹਾਰਾਜ ਜੀ ਦੇ ਪਾਸ ਆਏ ਹਨ। ਸਵਈਆ ਸ਼ੇਸ਼ ਸੁਰੇਸ਼ ਜਲੇਸ਼ ਦਨੇਸ਼, ਸ਼ੇਸ਼ ਨਾਗ ਸੁਰੇਸ਼ ਜੋ ਦੇਵਤਿਆਂ ਦਾ ਈਸ਼ ਹੈ ਉਹ ਇੰਦਰ ਜਾਂ ਸੁਰੇਸ਼ ਦਾ ਅਰਥ ਹੈ ਕਿ ਜਿਹੜਾ ਸੁਰਾਂ ਦਾ ਈਸ਼ ਹੈ ਉਹ ਕੌਣ ਹੈ? ਵਿਸ਼ਨੂੰ ਜੀ। ਵਿਸ਼ਨੂੰ ਜੀ ਵੀ ਆਏ ਹੈ। ਜਲ ਏਸ ਜੋ ਜਲ ਦਾ ਈਸ਼ ਵਰਨ ਦੇਵਤਾ ਹੈ, ਜਿਹਨੂੰ ਮੁਸਲਮਾਨ ਖਵਾਜਾ ਪੀਰ ਕਹਿੰਦੇ ਹੈ। ਇਸੇ ਤਰ੍ਹਾਂ ਦਿਨ ਏਸ਼ ਜੋ ਦਿਨ ਦਾ ਈਸ਼ ਸੂਰਜ ਹੈ। ਨਿਸ਼ੇਸ਼ ਤਨੇਸ਼ ਪਿਖਾ ਸੁਖ ਪਾਵਾ, ਨਿਸ਼ੇਸ਼ ਜੋ ਰਾਤ ਦਾ ਈਸ਼ ਉਹ ਕੀ ਹੈ? ਚੰਦਰਮਾ। ਧਨ ਦਾ ਈਸ਼ ਕੁਬੇਰ।
ਸਾਰੇ ਸਤਿਗੁਰ ਜੀ ਨੂੰ ਦੇਖ ਕੇ ਬਹੁਤ ਸੁਖ ਪਾ ਰਹੇ ਹੈ। ਕਿੰਨਰ ਗੰਧਰਵ ਪਾਵਕ ਪਾਨਾ। ਕਿੰਨਰ ਇੱਕ ਦੇਵਤਿਆਂ ਦੀ ਕਿਸਮ ਹੀ ਹੈ, ਜਿਹੜੇ ਕਿੰਨਰ ਦੇਵਤੇ ਜਿਹੜੇ ਨਿਰਤਕਾਰੀ ਕਰਦੇ ਆ, ਦੇਵਤਿਆਂ ਅੱਗੇ ਨੱਚਦੇ ਹੈ। ਜਾਂ ਕਿੰਨਰ ਜਿਹੜੇ ਸਾਜ਼ ਵਜਾਉਂਦੇ ਆ ਰਾਗੀਆਂ ਨਾਲ ਦੇਵਤਿਆਂ ਅੱਗੇ। ਗੰਧਰਵ ਜਿਹੜੇ ਦੇਵਤਿਆਂ ਦੇ ਰਾਗੀ ਆ 6300 ਕੁਝ ਦੱਸਿਆ ਪੁਰਾਣਾ ਵਿੱਚ। ਉਹ ਗੰਧਰਵ ਵੀ ਪਾਵਕ ਅਗਨੀ ਦੇਵਤਾ, ਪੌਣ ਦੇਵਤਾ। ਆਨੰਦ ਭਰੇ ਔਰ ਮੰਗਲ ਗਾਵਾ। ਹਿਰਦੇ ਵਿੱਚ ਬਹੁਤ ਆਨੰਦ ਨਾਲ ਭਰੇ ਹੋਏ ਹੈ। ਗੁਰੂ ਸਾਹਿਬ ਜੀ ਦੇ ਮੰਗਲਾਚਾਰ ਗਾਉਂਦੇ ਹੈ, ਗੁਰੂ ਕੇ ਜਸ ਦੇ ਖੁਸ਼ੀਆਂ ਦੇ ਗੀਤ ਗਾਉਂਦੇ ਹੈ। ਦੇਵ ਸਰੋਵਰ ਕੀ ਪੁਸ਼ਪਾਂਜਲਾ। ਸਾਰੇ ਦੇਵਤੇ ਜਿਹੜੇ ਦੇਵਤਿਆਂ ਦਾ ਬ੍ਰਿਸ਼ ਹੈ ਨਾ, ਕਲਪ ਬ੍ਰਿਸ਼, ਕਲਪ ਬ੍ਰਿਸ਼ ਦੇ ਫੁੱਲਾਂ ਦੇ ਬੁੱਕ ਭਰ ਭਰ ਕੇ। ਜੈ ਮੁਖ ਤੇ ਕਹਿ ਕੈ ਬਰਖਾਵਾ। ਮੁਖੋਂ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਤੁਹਾਡੀ ਜੈ ਹੈ, ਤੁਹਾਡੀ ਸਦਾ ਜੈ ਹੈ, ਤੁਹਾਡੀ ਸਦਾ ਫਤਿਹ ਜਿੱਤ ਹੈ। ਇਸ ਤਰ੍ਹਾਂ ਮੁਖੋਂ ਕਹਿ ਕਹਿ ਕੇ ਫੁੱਲ ਬਰਖਾਉਂਦੇ ਹੈ, ਵਰਖਾ ਕਰਦੇ ਫੁੱਲਾਂ ਦੀ। ਸ੍ਰੀ ਸੁਖ ਕੰਦ ਗੋਬਿੰਦ ਮੁਕੰਦ। ਲక్ష్ਮੀ ਨੂੰ ਸੁਖ ਦੇਣ ਵਾਲੇ ਸੁੱਖਾਂ ਦੇ ਬੱਦਲ ਗੋਬਿੰਦ, ਧਰਤੀ ਦੇ ਆਸਰਾ, ਬੈਕੁੰਠ ਨਿਵਾਸੀ, ਮੁਕਤੀ ਦਾਤਾ ਜੀ। ਪਦੰ ਅਰਬਿੰਦ ਪੂਜੈ ਮਨ ਭਾਵਾ। ਐਵੇਂ ਮਨ ਨੂੰ ਭਾਉਣ ਵਾਲੇ, ਮਨ ਦੇ ਵਿੱਚ ਬੜਾ ਪ੍ਰੇਮ ਦੇ ਨਾਲ ਸਤਿਗੁਰੂ ਜੀ ਦੇ ਚਰਨ ਕਮਲਾਂ ਨੂੰ ਪੂਜਦੇ ਆ ਸਾਰੇ ਦੇਵਤੇ ਜਿਨ੍ਹਾਂ ਦੇ ਨਾਮ ਆਏ। ਦੋਹਰਾ ਇੱਕ ਬਿਵਾਨ ਮਨਹਰ ਮਹਾ। ਮਨੋਹਰ ਮਹਾ, ਇਹਨਾਂ ਨੂੰ ਇੱਕ ਜਿਹੜਾ ਬਿਵਾਨ ਹੈ ਮਨੋਹਰ ਮਹਾ, ਬਹੁਤ ਮਨੋਹਰ ਕਹੀਏ, ਸੁੰਦਰ ਸੋਹਣਾ, ਮਨ ਨੂੰ ਚਰਾਉਣ ਵਾਲਾ। ਪੁੰਜ ਮਣੀ ਜਿਸ ਮਾਹੇ। ਉਹ ਬਿਵਾਨ ਲੈ ਆਂਦਾ ਹੈ ਜਿਸ ਵਿੱਚ ਬਹੁਤ ਜ਼ਿਆਦਾ ਮਣੀਆਂ ਜੜਤਕਾਰੀ ਕੀਤੀਆਂ ਲਿਸ਼ਕਦਾ ਹੈ ਬਿਵਾਨ। ਅਤ ਪ੍ਰਕਾਸ਼ ਸੰਯੁਕਤ ਸੋ। ਉਹ ਬਿਵਾਨ ਬਹੁਤ ਪ੍ਰਕਾਸ਼ ਦੇ ਸਹਿਤ ਹੈ, ਬੜਾ ਚਮਕ ਦਮਕ ਰਿਹਾ ਹੈ। ਕੌਣ ਕਹ ਸ਼ਬਦ ਤਾਹੇ। ਭਾਈ ਸੰਤੋਖ ਸਿੰਘ ਜੀ ਕਹਿੰਦੇ ਵੀ ਐਸਾ ਕਿਹੜਾ ਕਵੀ ਵਿਦਵਾਨ, ਐਸਾ ਮਹਾਨ ਹੈ ਜਿਹੜਾ ਉਸ ਬਿਵਾਨ ਦੀ ਛਵੀ ਕਹਿ ਸਕਦਾ, ਭਾਵ ਕੋਈ ਨਹੀਂ ਕਹਿ ਸਕਦਾ। ਚੌਪਈ ਪਾਰਖ ਦੀ ਜਿਸ ਆਏ ਅਗਾਰੀ। ਜਿਸ ਬਿਵਾਨ ਦੇ ਅੱਗੇ ਅੱਗੇ ਚੁੱਕਣ ਵਾਲੇ ਬਿਵਾਨ ਨੂੰ ਪਾਰਖਦੀ ਆ ਰਹੇ ਹੈ। ਪਾਰਖ ਹੁੰਦੇ ਹੈ ਜੋ ਬਿਵਾਨ ਨੂੰ ਚੁੱਕਦੇ ਸੇਵਾਦਾਰ। ਚਵਰ ਢੁਰਤ ਹੈ ਵਾਰੰਵਾਰੀ। ਵਾਰ ਵਾਰ ਜਿਹੜਾ ਵਾਰੋ ਵਾਰੀ ਮਹਾਰਾਜ ਜੀ ਦੇ ਉਸ ਬਿਵਾਨ ਨੂੰ ਚਵਰ ਢਲਾਉਂਦੇ, ਚਵਰ ਸਾਹਿਬ ਕਰਦੇ ਹੈ। ਜਹਾਂ ਹੋਤੇ ਬੇਦੀ ਕੁਲ ਦੀਪਾ। ਜਿੱਥੇ ਬੇਦੀਆਂ ਦੀ ਕੁਲ ਦੇ ਪ੍ਰਕਾਸ਼ ਰੂਪ ਸਤਿਗੁਰੂ ਮਹਾਰਾਜ ਬਿਰਾਜਮਾਨ ਸਨ। ਇਸ ਥਿਰ ਭਇਓ ਸੋ ਤਾਹੇ ਸਮੀਪਾ। ਉਹ ਬਿਵਾਨ ਐਸਾ ਮਹਾਨ ਉਸ ਥਾਂ ਤੇ ਆ ਕੇ ਸਥਿਤ ਹੋ ਗਿਆ, ਆ ਕੇ ਟਿਕ ਗਿਆ। ਨਿਜ ਸਰੂਪ ਤਬ ਸ੍ਰੀ ਪ੍ਰਭ ਧਾਰਾ। ਤਦੋਂ ਗੁਰੂ ਨਾਨਕ ਸਾਹਿਬ ਜੀ ਨੇ ਜਿਹੜਾ ਆਪਣਾ ਸਵੈ ਸਰੂਪ ਨਾ, ਅਸਲ ਸਰੂਪ ਉਹ ਧਾਰ ਲਿਆ ਹੈ। ਜੋ ਮਹਾ ਵਿਸ਼ਨੂੰ ਦਾ ਸਰੂਪ ਹੈ ਗੁਰੂ ਕਾ ਆਪਣਾ, ਉਹ ਸਹੀ ਸਰੂਪ ਵਿੱਚ ਮਹਾਰਾਜ ਜੀ ਨੇ ਧਾਰ ਲਿਆ। ਇਹ ਜੋ ਪੰਜ ਤੱਤਾਂ ਦਾ ਸਰੂਪ ਹੈ ਜਿਹਦੇ ਵਿੱਚ ਸੰਗਤ ਨੂੰ ਦਰਸ਼ਨ ਦੇ ਰਹੇ, ਇਹ ਤੋਂ ਬਦਲ ਕੇ ਆਪਣਾ ਸਵੈ ਸਰੂਪ ਦੂਸਰਾ ਧਾਰ ਲਿਆ, ਮਹਾ ਵਿਸ਼ਨੂੰ ਰੂਪ। ਚਰਨ ਕੋਕ ਨਦ ਸ਼ਬਦ ਅਪਾਰਾ। ਜਿਸ ਸਰੂਪ ਮਹਾਰਾਜ ਜੀ ਦੇ ਜਿਹੜੇ ਚਰਨ ਕਮਲ ਹੈ ਉਹ ਲਾਲ ਕਮਲਾਂ ਦੀ ਨਿਆਈ ਹੋ ਗਏ, ਲਾਲ ਸੁਰਖ ਬੇਅੰਤੀ। ਨੂਪਰ ਮਨ ਮੈਂ ਰੁਚਿਰ ਸੁਹਾਏ। ਬੇਅੰਤੀ ਜਿਹੜੇ ਚਰਨ ਲਾਲ ਸੁਰਖ ਹੋ ਗਏ, ਬੜੇ ਸੋਭ ਰਹੇ ਹੈ। ਅਤੇ ਜਿਨ੍ਹਾਂ ਵਿੱਚ ਮਣੀਆਂ ਹੀ ਮਣੀਆਂ ਝਾਂਜਰਾਂ ਪਾਈਆਂ ਹੋਈਆਂ ਮਣੀਆਂ ਵਾਲੀਆਂ, ਜਿਹਦੇ ਵਿੱਚ ਬੜੀਆਂ ਸੋਹਣੀਆਂ ਸੋਭਨੀਕ ਜੜਤਕਾਰੀ ਹੋਈਆਂ ਮਣੀਆਂ ਝਾਂਜਰਾਂ ਪੌਟਿਆਂ ਵਿੱਚ। ਦਵੈ ਜੰਗਾਂ ਕਦਲੀ ਸ਼ਬ ਪਾਏ। ਦੋ ਲੱਤਾਂ ਦੇ ਐਵੇਂ ਛਵੀ ਪਾ ਰਹੀਆਂ, ਜਿਵੇਂ ਕੇਲਾ ਹੁੰਦਾ ਨਰਮ ਨਰਮ, ਇਵੇਂ ਕੇਲੇ ਦੇ ਬ੍ਰਿਸ਼ ਵਾਂਗ ਦੋ ਜਿਹੜੀਆਂ ਲੱਤਾਂ ਬੜੀ ਛਵੀ ਪਾ ਰਹੀਆਂ ਹਨ। ਸ਼ੁਦਰ ਘੰਟਕਾ ਬਦੀ ਸੁਹਾਵਤ। ਬੱਦੀ ਸੁਹਾਵਤ,
ਕਮਰ ਦੇ ਨਾਲ ਤੜਾਗੀ ਬੰਨੀ ਹੋਈ ਹੈ ਸੋਭਨੀਕ ਸੋਹਣੀ। ਉਦਰ ਸੋ ਤ੍ਰਿਵਲੀ ਸ਼ੋਭ ਬੜਾਵਤ। ਪੇਟ ਦੇ ਉੱਪਰ 3 ਵਾਲ ਪੈਂਦੇ ਬੜੀ ਸੋਭਾ ਨੂੰ ਜੋ ਵਧਾਉਂਦੇ ਹਨ। ਕਾਲਿੰਦਰੀ ਆਵਰਤ ਸੋ ਨਾਭਾ। ਜਿਵੇਂ ਜਮਨਾ ਨਦੀ ਵਿੱਚ ਘੁੰਮਣ ਘੇਰੀ ਪੈਂਦੀ ਹੈ ਇਸ ਤਰ੍ਹਾਂ ਨਾਭੀ ਹੈ। ਭਾਵ ਨਾਭੀ ਦੇ ਇਸ ਤਰ੍ਹਾਂ ਵਾਲ ਪਏ ਹੋਏ। ਨਾਭੀ ਧੁਨੀ ਬੜੀ ਡੂੰਘੀ ਹੈ। ਭੁਜਾ ਚਾਰ ਯੁਤ ਭੂਖਨ ਆਬਾ। 4 ਸੋਹਣੀਆਂ ਬਾਹਾਂ ਹੈ ਜੋ ਗਹਿਣਿਆਂ ਦੇ ਸਹਿਤ, ਜੋ ਗਹਿਣਿਆਂ ਦੇ ਸਹਿਤ ਜਿਨ੍ਹਾਂ ਬਾਹਾਂ ਦੀ ਬਹੁਤ ਸੋਭਾ ਹੈ। ਸ਼ੰਖ ਚੱਕਰ ਕਰ ਕਮਲਨ ਮਾਹੀ। ਸ਼ੰਖ ਹੈ ਇੱਕ ਹਸਤ ਕਮਲ ਵਿੱਚ, ਇੱਕ ਹੱਥ 'ਚ ਸੁਦਰਸ਼ਨ ਚੱਕਰ ਹੈ। ਇਸ ਤਰ੍ਹਾਂ ਹਸਤ ਕਮਲਾਂ ਵਿੱਚ ਸ਼ੰਖ ਤੇ ਚੱਕਰ ਹੈ ਦੋਨਾਂ ਵਿੱਚ। ਗਦਾ ਪਦਮ ਅਤ ਸੁੰਦਰ ਆਹੀ। ਇੱਕ ਹੱਥ ਵਿੱਚ ਗਦਾ ਸ਼ਸਤਰ ਗੁਰਜ ਹੈ ਤੇ ਇੱਕ ਹੱਥ ਵਿੱਚ ਕਮਲ ਫੁੱਲ ਹੈ ਜਿਹੜਾ ਬਹੁਤ ਹੀ ਸੁੰਦਰ ਮਹਾਨ ਹੈ। ਕੰਕਨ ਅੰਗਦ ਮਣ ਗਚਕਾਰੀ। ਜਿਹੜੇ ਹੱਥਾਂ ਵਿੱਚ ਕੰਗਣ ਪਾਏ ਸੋਨੇ ਦੇ, ਉਹਨਾਂ ਵਿੱਚ ਮਣੀਆਂ ਜੜਤਕਾਰੀ ਕੀਤੀਆਂ ਹੋਈਆਂ ਹੈ। ਮੋਢਿਆਂ ਉੱਪਰ ਬਹੁਤੇ ਬੰਨੇ ਹੋਏ ਹੈ ਜਿਨ੍ਹਾਂ ਵਿੱਚ ਬਹੁਤ ਮਣੀਆਂ ਹੀ ਜੜੀਆਂ ਹੋਈਆਂ ਹੈ। ਬ੍ਰਿਖਭ ਸਮਾਨ ਕੰਦ ਦੁਆਪਾਰੀ। 2 ਜਿਹੜੇ ਮੋਢੇ ਹੈ ਜਿਵੇਂ ਬਲਦ ਦੇ ਬੰਨਾਂ ਦੀਆਂ ਹੁੰਦੀਆਂ ਉੱਚੀਆਂ ਉੱਚੀਆਂ, ਉਹ ਬਲਦ ਦੇ ਬੰਨਾਂ ਦੇ ਸਮਾਨ 2 ਮੋਢੇ ਹੈ ਬੜੇ ਭਾਰੀ ਉੱਚੇ ਉੱਚੇ ਮਹਾਰਾਜ ਜੀ ਦੇ। ਉਰ ਆਯੁਤ ਬਨ ਮਾਲ ਸੁਹਾਵਾ। ਛਾਤੀ ਬਹੁਤ ਚੌੜੀ ਹੈ, ਵਜੰਤੀ ਮਾਲਾ ਬੜੀ ਸੋਭਨੀਕ ਹੈ, ਲੰਮੀ ਸਾਰੀ। ਅਧਿਕ ਕੌਸਤਕ ਅਧਿਕ ਕੌਸਤਕ ਮਨ ਸ਼ਬ ਪਾਵਾ। ਜਿਹੜੀ ਕੌਸਤਕ ਮਣੀ ਹੈ ਸ਼ੀਰ ਸਮੁੰਦਰ ਚੋਂ ਨਿਕਲੀ ਹੋਈ 14 ਰਤਨਾਂ ਵਿੱਚੋਂ, ਉਹ ਕੌਸਤਕ ਮਣੀ ਬੜੀ ਛਵੀ ਭਾਰੀ ਹੈ ਕੰਠ ਵਿੱਚ ਪਾਈ ਹੋਈ। ਕੰਬ ਗਰੀਬ ਤ੍ਰੈ ਰੇਖ ਬਿਰਾਜਤਾ। ਮਹਾਂਵਿਸ਼ਨੂੰ ਸਰੂਪ ਵਿੱਚ ਗੁਰੂ ਮਹਾਰਾਜ ਜੀ ਦੀ ਜਿਹੜੀ ਗਰਦਨ ਹੈ ਉਹ ਸ਼ੰਖ ਵਾਂਗ ਲੰਬੀ ਹੈ ਤੇ ਜਿਹਦੇ ਵਿੱਚ ਰੇਖਾ ਲਕੀਰਾਂ ਬੜੀਆਂ ਸਜ ਧਜ ਰਹੀਆਂ। ਬਦਨ ਬਿਲੋਕ ਚੰਦਰਮਾ ਲਾਜਤਾ। ਐਸੇ ਮਹਾਂਵਿਸ਼ਨੂੰ ਸਰੂਪ ਨੂੰ ਦੇਖ ਕੇ ਚੰਦਰਮਾ ਵੀ ਸ਼ਰਮਸ਼ਾਰ ਹੁੰਦਾ ਹੈ। ਚਿਬਕ ਚਾਰ ਮੁਸਕਾਨ ਕਪੋਲਾ। ਥੋੜੀ ਬੜੀ ਸੁੰਦਰ ਹੈ, ਗੱਲਾਂ ਵਿੱਚ ਮੁਸਕਾਨ ਹੈ, ਥੋੜਾ ਥੋੜਾ ਹੱਸਦੇ ਹੈ। ਹਾਸ ਮ੍ਰਿਦਲ ਸ਼ਬ ਹੋਤ ਅਮੋਲਾ। ਜਦੋਂ ਥੋੜਾ ਜਿਹਾ ਹੱਸਦੇ ਹੈ ਗੱਲਾਂ ਵਿੱਚ ਐਸਾ ਕੋਮਲ ਹਾਸਾ ਹੈ, ਛਵੀ ਜਿਹੜੀ ਉਹਦੀ ਸੋਭਾ ਮੁੱਲ ਤੋਂ ਰਹਿਤ ਹੀ ਹੁੰਦੀ ਹੈ। ਚਮਕ ਦਸਨ ਕੀ ਰੁਚਿਰ ਬਿਰਾਜੀ। ਦਸਨ ਕਈ ਦੰਦਾਂ ਦੀ ਚਮਕ ਬੜੀ ਸੋਹਣੀ ਬਿਰਾਜੀ ਹੋਈ ਸਜ ਰਹੀ ਹੈ। ਸੰਪਟ ਬਿਦਰਮ ਹੀਰਨ ਰਾਜੀ। ਜਿਵੇਂ ਬਿਦਰਮ ਕਹੀਏ ਮੂੰਗਿਆਂ ਦਾ ਸੰਪਟ ਡੱਬਾ ਹੁੰਦਾ ਹੈ ਲਾਲ ਲਾਲ, ਉਹਦੇ ਵਿੱਚ ਹੀਰੇ ਰਾਜੀ ਕਈ ਚਮਕਦੇ ਹੈ। ਇਸੇ ਤਰ੍ਹਾਂ ਮਾਨੋ ਕਿ ਸਤਿਗੁਰੂ ਜੋ ਮਹਾਂਵਿਸ਼ਨੂੰ ਸਰੂਪ ਵਿੱਚ ਹਨ, ਮੁੱਖ ਸਾਰਾ ਲਾਲ ਲਾਲ ਹੈ ਮੂੰਗਿਆਂ ਦੇ ਡੱਬੇ ਵਾਂਗ, ਇਹ ਮਾਨੋ ਮੂੰਗਿਆਂ ਦਾ ਡੱਬਾ ਹੈ। ਜਿਹੜੇ ਦੰਦ ਹੈ ਵਿੱਚ ਉਹ ਇਸ ਤਰ੍ਹਾਂ ਜਿਵੇਂ ਮੂੰਗਿਆਂ ਦੇ ਡੱਬੇ 'ਚ ਹੀਰੇ ਰੱਖੇ ਚਮਕਦੇ ਹਨ। ਮੁੱਖ ਲਾਲ ਦੇ ਵਿੱਚ ਜਿਹੜੇ ਦੰਦ ਚਿੱਟੇ ਚਿੱਟੇ ਹੀਰਿਆਂ ਵਾਂਗ ਚਮਕਦੇ ਹਨ। ਉਨਤ ਨਾਸਕਾ ਕਾਨਨ ਕੁੰਡਲ। ਨਾਸਾ ਨੱਕ ਬਹੁਤ ਉੱਚਾ ਹੈ, ਨੱਕ ਭਾਵ ਤਿੱਖਾ ਹੈ, ਤੇ ਕਾਨੜ ਕੁੰਡਲ ਸਰਣਾ ਕੰਨਾਂ ਦੇ ਵਿੱਚ ਕੁੰਡਲ ਪਾਏ ਹੋਏ ਬੜੇ ਸੋਹਣੇ। ਸ਼ੋਭਾ ਸੁਖ ਦਾ ਆਤ ਸੁਖ ਮੰਡਲ। ਐਵੇਂ ਸੁਖ ਮੁੱਖ ਮੰਡਲ ਦੀ ਜਿਹੜੀ ਸ਼ੋਭਾ ਹੈ, ਸ਼ੋਭਾ ਸੁਖ ਦੇਣ ਵਾਲੀ ਹੈ। ਅਧ ਸੁਖ ਮੰਡਲ ਬਹੁਤ ਸੁਖ ਵਾਲਾ ਸਥਾਨ ਹੈ ਸਾਰਾ ਸਰੂਪ। ਜਾਂ ਦੂਸਰਾ ਪਾਠ ਮੁੱਖ ਮੰਡਲ। ਮੁੱਖ ਮੰਡਲ ਦੀ ਸ਼ੋਭਾ ਅਤੀ ਸੁਖਦਾਈ ਹੈ। ਮਨੋ ਕਮਲ ਦਲ ਸੁੰਦਰ ਲੋਚਨਾ। ਜਿਵੇਂ ਕਮਲ ਦੇ ਪੱਤਰੇ ਹੁੰਦੇ ਬੜੇ ਚੌੜੇ ਚੌੜੇ, ਮਾਨੋ ਐਸੇ ਸੁੰਦਰ ਨੇਤਰ ਹੈ ਚੌੜੇ ਚੌੜੇ। ਕਿਰਪਾ ਭਰੀ ਚਿਤਵਨ ਦੁਖ ਮੋਚਨਾ। ਕਿਰਪਾ ਭਰੀ ਤੱਕਣੀ ਹੈ, ਜਿੱਧਰ ਤੱਕਦੇ ਹੈ ਦੁੱਖਾਂ ਨੂੰ ਮੋਚਨ ਘੱਟ ਵੱਢ ਦਿੰਦੇ ਹੈ। ਧਨਖ ਪ੍ਰਕੁਟੀ ਮਸਤਕ ਚਾਰੂ। ਧਨਖ ਜੋ ਜਿਵੇਂ ਧਨਖ ਹੁੰਦਾ ਟੇਢਾ ਜਿਹਾ, ਐਵੇਂ ਭਰਵੱਟੇ ਹੈ ਟੇਢੇ ਜੇ ਬੜੇ ਸੋਹਣੇ ਤਿਰਛੇ ਜੇ
ਮਸਤਕ ਬੜਾ ਸੋਹਣਾ ਚੌੜਾ। ਸਿਰ ਕਰੀਟ ਜਿਹ ਪ੍ਰਭਾ ਅਪਾਰੂ। ਸੀਸ ਉਪਰ ਮੋਰ ਮੁਕਟ ਜਿਹਦੀ ਪ੍ਰਭਾ ਸੋਭਾ ਬੜੀ ਬੇਅੰਤ ਬੇਅੰਤੀ ਹੈ। ਸ਼ਾਮ ਬਰਨ ਜਲ ਧਰ ਕੀ ਨਿਆਈ। ਕਾਲਾ ਸ਼ਾਮ ਰੰਗ ਹੈ, ਕਾਲੇ ਬੱਦਲਾਂ ਦੀ ਨਿਆਈ। ਜਿਵੇਂ ਕਾਲੇ ਬੱਦਲ ਹੁੰਦੇ ਨਾ, ਕਾਲੀ ਘਟਾ, ਐਸਾ ਸ਼ਾਮ ਰੰਗ ਹੈ ਕਾਲਾ ਜਿਹਾ। ਬਸਨ ਪੀਤ ਜਨ ਛਟਾ ਸੁਹਾਈ। ਤੇ ਉੱਪਰ ਪੀਤੰਬਰ ਵਸਤਰ ਹਨ, ਵਸਤਰ ਪੀਲੇ ਰੰਗ ਦੇ ਧਾਰੇ ਹੋਏ ਹੈ। ਮਾਨੋ ਜਿਵੇਂ ਕਾਲੇ ਬੱਦਲਾਂ ਵਿੱਚ ਬਿਜਲੀ ਲਿਸ਼ਕਦੀ ਹੈ ਨਾ, ਬੜੀ ਸੋਭਾ ਲੱਗਦੀ ਹੈ, ਸਾਰੇ ਚਮਕ ਦਮਕ ਕਰ ਦਿੰਦੀ ਹੈ। ਉਹ ਸ਼ਾਮ ਰੰਗ ਮਾਨੋ ਬੱਦਲਾਂ ਦੀ ਨਿਆਈ ਹੈ ਕਾਲਿਆਂ ਦੀ। ਅਤੇ ਜਿਹੜਾ ਪੀਤੰਬਰ ਵਸਤਰ ਹੈ ਉਹ ਮਾਨੋ ਬਿਜਲੀ ਸੋਭਨੀਕ ਹੋ ਰਹੀ ਹੈ ਵਿੱਚ। ਆਪਣਾ ਪਲਟ ਸਰੂਪ ਕਿਰਪਾਲਾ। ਦਿਆਲੂ ਕਿਰਪਾਲੂ ਗੁਰੂ ਨਾਨਕ ਸਾਹਿਬ ਜੀ ਆਪਣਾ ਐਸਾ ਸਰੂਪ ਪਲਟ ਕੇ ਮਹਾ ਵਿਸ਼ਨੂੰ ਰੂਪ। ਚੜੇ ਬਿਵਾਨ ਉਪਰ ਤਤਕਾਲਾ। ਬੜੀ ਛੇਤੀ ਨਾਲ ਉਸ ਚਮਕਦੇ ਦਮਕਦੇ ਵਿਵਾਨ ਉੱਪਰ ਜਾ ਚੜੇ ਮਹਾਰਾਜ। ਤਿਹ ਸ਼ਨ ਦੋਨੋਂ ਸੁਤ ਚੱਲ ਆਏ। ਇਹਨਾਂ ਨੂੰ ਉਸ ਸਮੇਂ ਦੋਨੋਂ ਸਪੁੱਤਰ ਬਾਬਾ ਸ਼੍ਰੀ ਚੰਦ, ਬਾਬਾ ਲਖਮੀ ਦਾਸ ਵੀ ਚੱਲ ਕੇ ਆਏ। ਸੁਨ ਤਰੋਰ ਹਿਰਦੇ ਬਿਸਮਾਏ। ਸੰਗਤ ਵਿੱਚ ਹੁਣ ਹਾਹਾਕਾਰ ਮੱਚੀ ਹੋਈ ਸੀ ਵੀ ਮਹਾਰਾਜ ਤੇ ਜੋਤੀ ਜੋ ਸਮਾ ਗਏ ਹੈ, ਤੇ ਜਿਸ ਕਰਕੇ ਹਿਰਦੇ ਵਿੱਚ ਬੜੇ ਅਚਰਜ ਹੋਏ ਦੋਨੋਂ ਸਪੁੱਤਰ। ਭੀੜ ਅਧਿਕ ਜਾਵਨ ਮਗ ਨਾਹੀ। ਸੰਗਤ ਦੀ ਭੀੜ ਬਹੁਤ ਹੀ ਹੈ, ਮਹਾਰਾਜ ਜੀ ਦਾ ਸਰੀਰ ਉੱਥੇ ਪਿਆ ਹੋਇਆ ਪਵਿੱਤਰ, ਜਾਣ ਨੂੰ ਰਸਤਾ ਨਹੀਂ ਹੈ ਰਾਹ ਵਿੱਚ। ਦੁਸਤਰ ਹੋਇ ਪਹੁੰਚੇ ਪ੍ਰਭ ਪਾਹੀ। ਬੜੀ ਕਠਿਨਾਈ ਦੇ ਨਾਲ ਉੱਥੇ ਸਾਹਿਬਜ਼ਾਦੇ ਦੋਨੋਂ ਪਹੁੰਚੇ ਆ ਗੁਰੂ ਮਹਾਰਾਜ ਜੀ ਦੇ ਪਵਿੱਤਰ ਸਰੀਰ ਦੇ ਪਾਸ। ਦੇਖ ਸੁਲੱਖਣੀ ਸੁਤ ਸੋ ਭਾਖੀ। ਪੁੱਤਰਾਂ ਨੂੰ ਆਇਆ ਦੇ ਕੇ ਮਾਤਾ ਸੁਲੱਖਣੀ ਜੀ ਨੇ ਕਿਹਾ ਦੋਨਾਂ ਨੂੰ, ਪੂਰਬ ਕਿਉਂ ਨਾ ਆਏ ਅਸ ਕਾਂਖੀ। ਪੁੱਤਰੋ ਜੇ ਐਸੀ ਇੱਛਾ ਸੀ ਦਰਸ਼ਨ ਕਰਨ ਦੀ ਤੇ ਤੁਸੀਂ ਪਹਿਲਾਂ ਕਿਉਂ ਨਹੀਂ ਭਾੜਾ ਆਏ, 2 ਵਾਰੀ ਬੁਲਾਇਆ ਸੀ। ਰਹੇ ਬੁਲਾਏ ਪਠੇ ਦਵੈ ਬਾਰੀ। ਮਹਾਰਾਜ ਜੀ ਨੇ 2 ਵਾਰ ਸੇਵਕ ਭੇਜੇ ਆ। 7ਵੀਂ ਵਾਲੇ ਦਿਨ ਭਾਈ ਸਧਾਰਨ ਜੀ ਨੂੰ, 10ਵੀਂ ਵਾਲੇ ਦਿਨ ਫਿਰ ਸਿੱਖ ਨੂੰ ਭੇਜਿਆ ਹੈ। 2 ਵਾਰੀ ਭੇਜੇ ਤੁਸੀਂ, 2 ਵਾਰੀ ਭੇਜਾਂ ਭਲਾ ਕਿਉਂ ਨਹੀਂ ਆਏ? ਤੁਹਾਨੂੰ ਤੇ ਮਹਾਰਾਜ ਬੁਲਾ ਰਹੇ ਸਨ। ਆਏ ਨਹੀਂ ਨਾ ਨੀਕ ਵਿਚਾਰੀ। ਤੁਸੀਂ ਆਏ ਕਿਉਂ ਨਹੀਂ ਹੈ? ਚੰਗੀ ਗੱਲ ਕਿਉਂ ਨਹੀਂ ਵਿਚਾਰੀ ਹੈ? ਪੀਛੇ ਆਏ ਰਹੋ ਪਛਤਾਈ। ਹੁਣ ਤੇ ਮਹਾਰਾਜ ਜੋਤੀ ਜੋ ਸਮਾ ਗਏ ਹੈ, ਪਿੱਛੋਂ ਤੁਸੀਂ ਆ ਗਏ ਹੋ। ਹੁਣ ਤੁਸੀਂ ਮਹਾਰਾਜ ਤੇ ਚਲੇ ਗਏ, ਜੋਤੀ ਜੋ ਸਮਾ ਗਏ, ਪਿੱਛੋਂ ਪਛਤਾਉਂਦੇ ਰਹੋ ਦੋਨੋਂ। ਅਬ ਤੋ ਗਏ ਸਮਾਏ ਗੁਸਾਈ। ਸੰਸਾਰ ਦੇ ਸਾਈਂ ਗੁਰੂ ਨਾਨਕ ਸਾਹਿਬ ਸੁਆਮੀ ਜੀ ਤੇ ਹੁਣ ਸਮਾ ਗਏ ਜੋਤੀ ਜੋਤ। ਸ੍ਰੀ ਚੰਦ ਸੁਨ ਲਖਮੀ ਦਾਸ। ਬਾਬਾ ਸ਼੍ਰੀ ਚੰਦ ਜੀ ਤੇ ਬਾਬਾ ਲਖਮੀ ਦਾਸ ਜੀ ਸਤਿਗੁਰ ਜੀ ਦਾ ਜੋਤੀ ਜੋ ਸਮਾਉਣਾ ਸੁਣ ਕੇ ਬਿਸਮੈ ਹੋਇ ਪਏ ਦਰਸ਼ਨ ਰਾਸ। ਬੜੇ ਅਚਰਜ ਹੋਏ, ਹੱਕੇ ਬੱਕੇ ਜੇ ਹੋ ਗਏ ਆ ਤੇ ਦਰਸ਼ਨਾਂ ਤੋਂ ਨਿਰਾਸੇ ਹੋ ਗਏ ਵੀ ਦਰਸ਼ਨ ਨਹੀਂ ਪਿਤਾ ਜੀ ਦੇ ਹੋ ਸਕੇ। ਆਪਣਾ ਦੋਸ ਜਾਣ ਪਛਤਾਏ। ਆਪਣੇ ਦੋਸ਼ ਗੁਨਾਹ ਜਾਣ ਕੇ ਬੜਾ ਪਛਤਾਏ ਆ ਵੀ ਮਹਾਰਾਜ ਜੀ ਨੇ, ਪਿਤਾ ਜੀ ਨੇ 7ਵੀਂ ਥਿਤ ਵਾਲੇ ਦਿਨ ਬੁਲਾਇਆ ਸੀ, ਨਹੀਂ ਆਏ ਆ। ਅੱਜ ਵੀ ਬੁਲਾਇਆ, ਅੰਮ੍ਰਿਤ ਵੇਲੇ ਨਹੀਂ ਆਏ ਆ। ਇਹ ਸਾਡੀ ਗਲਤੀ ਹੈ, ਸਾਡੀ ਭੁੱਲ ਹੈ। ਬੜਾ ਆਪਣਾ ਦੋਸ਼ ਗੁਨਾਹ ਜਾਣ ਕੇ ਪਛਤਾਏ ਹੈ। ਕਵ ਸੰਤੋਖ ਸਿੰਘ ਸਰਦਾ ਪਾਏ। ਕਵੀ ਸੰਤੋਖ ਸਿੰਘ ਜੀ ਕਹਿੰਦੇ ਆ ਵੀ ਜਦੋਂ ਮਹਾਰਾਜ ਜੋਤੀ ਜੋ ਸਮਾਏ ਹੈ, ਆਪ ਇੱਥੇ ਆਏ ਦੋਨੋਂ ਸਪੁੱਤਰ, ਫਿਰ ਇਹਨਾਂ ਨੇ ਸ਼ਰਧਾ ਪਾਈ ਹੈ। ਫਿਰ ਇਹਨਾਂ ਦੇ ਅੰਦਰ ਸ਼ਰਧਾ ਆਈ ਵੀ ਮਹਾਰਾਜ ਪਿਤਾ ਜੀ ਤੇ ਸੱਚਮੁੱਚ ਹੀ ਕਹਿੰਦੇ ਸਨ, ਜੋ ਕਿਹਾ ਉਹ ਉਸੇ ਤਰ੍ਹਾਂ ਨਾਲ ਕਰ ਦਿੱਤਾ ਹੈ, ਅਸੀਂ ਭੁੱਲੇ ਰਹੇ ਹਾਂ। ਫਿਰ ਇਹਨਾਂ ਨੇ ਸਾਧ ਸੰਗਤ ਜੀ ਬੜੀਆਂ ਬੇਨਤੀਆਂ ਕੀਤੀਆਂ। ਮਹਾਰਾਜ ਜੀ ਦੇ ਪਵਿੱਤਰ ਸਰੀਰ ਦੇ ਕੋਲ ਹੋ ਕੇ ਕਹਿਣ ਲੱਗੇ, ਸੱਚਾ ਪਾਤਸ਼ਾਹ ਪਿਤਾ ਗੁਰੂ ਜੀ, ਤੁਸੀਂ ਸਾਨੂੰ ਇੱਕ ਵਾਰ ਜ਼ਰੂਰ ਸਾਡੇ ਨਾਲ ਬਚਨ ਕਰੋ, ਸਾਨੂੰ ਦਰਸ਼ਨ ਦਿਓ। ਆਪ ਜੀ ਨੂੰ ਰੱਬ ਦਾ ਵਾਸਤਾ, ਪਰਮੇਸ਼ਰ ਦਾ ਵਾਸਤਾ, ਜੇ ਆਪ ਜੀ ਸਾਨੂੰ ਦਰਸ਼ਨ ਨਾ ਦਿਓ, ਜੇ ਸਾਡੇ ਨਾਲ ਗੱਲਬਾਤ ਨਾ ਕਰੋ, ਕਿਰਪਾ ਕਰੋ 2 ਘੜੀਆਂ ਦਾ ਦਰਸ਼ਨ ਜ਼ਰੂਰ ਬਖਸ਼ੋ। ਫਿਰ 2 ਘੜੀਆਂ ਮਹਾਰਾਜ ਨੇ ਦਰਸ਼ਨ ਬਖਸ਼ਿਆ। ਜਦੋਂ ਬੇਅੰਤ ਬੇਨਤੀਆਂ ਕੀਤੀਆਂ ਸਤਿਗੁਰੂ ਜੀ ਉਸ ਵੇਲੇ
ਮਹਾਰਾਜ ਸਾਵਧਾਨ ਹੋ ਕੇ ਫਿਰ ਬਿਰਾਜ ਗਏ, ਬੈਠ ਗਏ। ਕਿਉਂਕਿ ਮਹਾਰਾਜ ਸੱਚੇ ਪਾਤਸ਼ਾਹ ਜੀ ਸਾਧ ਸੰਗਤ ਜੀ ਸਾਡੇ ਵਾਂਗ ਨਹੀਂ ਹੈ। ਮਾਨੁਖ ਕਾ ਰੂਪ ਨਾ ਜਾਣ, ਵੀ ਮਹਾਰਾਜ ਮਨੁੱਖ ਨਹੀਂ ਹੈ ਵੀ ਜਿਵੇਂ ਹੁਣ ਅਸੀਂ ਮਰ ਜਾਂਦੇ ਹਾਂ ਫਿਰ ਉੱਠ ਨਹੀਂ ਸਕਦੇ। ਸੱਚੇ ਪਾਤਸ਼ਾਹ ਜੀ ਤੇ ਕਦੀ ਮਰਦੇ ਨਹੀਂ ਹੈ। ਗੁਰੂ ਮਹਾਰਾਜ ਤੇ ਸਤਿਗੁਰ ਮੇਰਾ ਮਾਰ ਜੀਵਾਲਾ। ਸਤਿਗੁਰੂ ਤੇ ਪਹਿਲਾਂ ਮਾਰ ਵੀ ਸਕਦੇ ਤੇ ਜਿਵਾ ਵੀ ਸਕਦੇ। ਇਹ ਗੁਰੂ ਦੀ ਤਾਕਤ ਹੈ। ਸੱਚੇ ਪਾਤਸ਼ਾਹ ਜੀ ਦੇ ਗੁਰੂ ਨਾਨਕ ਹਰ ਸੋਏ, ਆਪ ਹੀ ਪਰਮੇਸ਼ਰ ਹੈ ਅਤੇ ਗੁਰੂ ਦਾ ਕਦੀ ਆਉਣਾ ਜਾਣਾ ਨਹੀਂ ਹੈ। ਸਤਿਗੁਰ ਮੇਰਾ ਸਦਾ ਸਦਾ ਨਾ ਆਵੈ ਨਾ ਜਾਏ, ਉਹ ਅਬਿਨਾਸੀ ਪੁਰਖ ਹੈ ਸਭ ਮਹਿ ਰਿਹਾ ਸਮਾਈ। ਸਤਿਗੁਰੂ ਤੇ ਸਦਾ ਸਦਾ ਹੀ ਹੈ, ਨਾ ਜੰਮ ਕੇ ਆਉਂਦੇ ਨਾ ਮਰ ਕੇ ਜਾਂਦੇ ਹੈ। ਗੁਰੂ ਵਿੱਚ ਆਉਣਾ ਜਾਣਾ ਨਹੀਂ ਹੈ। ਅਤੇ ਆਉਣਾ ਜਾਣਾ ਸਾਡੇ ਲੋਕਾਂ ਵਿੱਚ ਹੈ। ਉਹ ਤਾਂ ਅਸੀਂ ਹੈ ਵੀ ਹੁਕਮੇ ਆਵੇ ਹੁਕਮੇ ਜਾਵੇ। ਅਸੀਂ ਉਹਦੇ ਹੁਕਮ ਵਿੱਚ ਹੀ ਆ ਜਾਂਦੇ, ਹੁਕਮ ਵਿੱਚ ਚਲੇ ਜਾਂਦੇ। ਗੁਰੂ ਨਹੀਂ ਕਰੀ ਜਾਂਦੇ ਹੈ। ਗੁਰੂ ਨਾਨਕ ਦੇਵ ਗੋਬਿੰਦ ਰੂਪ ਹੈ। ਅਤੇ ਇਹ ਤਾਂ ਸਾਧ ਸੰਗਤ ਜੀ ਸਾਡੇ ਵਾਸਤੇ ਵੀ ਜਦੋਂ ਗੁਰੂ ਸਾਨੂੰ ਦਰਸ਼ਨ ਦੇ ਦਿੰਦੇ ਆ ਅਸੀਂ ਕਹਿੰਦੇ ਵੀ ਗੁਰੂ ਆ ਗਏ ਹੈ। ਜਦੋਂ ਨਹੀਂ ਦਰਸ਼ਨ ਦਿੰਦੇ ਅਸੀਂ ਕਹਿੰਦੇ ਵੀ ਗੁਰੂ ਚਲ ਗਏ ਆ, ਹੁਣ ਨਹੀਂ ਗੁਰੂ ਹੈਗੇ। ਇਹ ਤਾਂ ਸਾਡੀ ਭਾਵਨਾ ਕਰਕੇ ਮਹਾਰਾਜ ਆ ਕੇ ਦਰਸ਼ਨ ਦੇ ਦਿੰਦੇ ਹੈ। ਝਾਟੀ ਪ੍ਰਗਟ ਹੋ ਜਾਂਦੇ ਹੈ, ਝਾਟੀ ਮਹਾਰਾਜ ਗੁਪਤ ਹੋ ਜਾਂਦੇ ਹੈ। ਭਾਈ ਗੁਰਦਾਸ ਜੀ ਨੇ ਤਾਂ ਹੀ ਲਿਖਿਆ ਸਤਿਗੁਰ ਨਾਨਕ ਪ੍ਰਗਟਿਆ, ਵੀ ਗੁਰੂ ਨਾਨਕ ਸਾਹਿਬ ਜੀ ਪ੍ਰਗਟੇ ਹੈ। ਜੇ ਗੁਰੂ ਕਾ ਜਨਮ ਹੋਇਆ ਹੁੰਦਾ ਤਾਂ ਭਾਈ ਗੁਰਦਾਸ ਜੀ ਜਨਮ ਲਿਖ ਦਿੰਦੇ। ਪਤਾ ਹੈ ਵੀ ਜਨਮ ਗੁਰੂ ਦਾ ਹੁੰਦਾ ਹੀ ਨਹੀਂ, ਸੱਚੇ ਪਾਤਸ਼ਾਹ ਜਨਮ ਨਹੀਂ ਹੁੰਦਾ। ਇਹਦੇ ਮਾਤਾ ਪਿਤਾ ਜੀ ਨੇ ਬੇਨਤੀਆਂ ਕੀਤੀਆਂ ਵਡਿਆਈ ਦੇਣ ਵਾਸਤੇ, ਉੱਥੇ ਪ੍ਰਕਾਸ਼ ਧਾਰਨ ਕੀਤਾ ਸੱਚੇ ਪਾਤਸ਼ਾਹ ਜੀ ਨੇ। ਉਂਝ ਗੁਰੂ ਮਹਾਰਾਜ ਕੋਈ ਜਨਮਦੇ ਨਹੀਂ ਹੈ, ਕੋਈ ਮਹਾਰਾਜ ਪੇਟ ਵਿੱਚ ਨਹੀਂ ਆਉਂਦੇ ਹੈ। ਸਤਿਗੁਰੂ ਤੇ ਸਿੱਖ ਸੇਵਕਾਂ ਨੂੰ ਪੇਟ ਮਾਂ ਦੀ ਗਰਭ ਵਿੱਚ ਨਹੀਂ ਪੈਣ ਦਿੰਦੇ, ਫਿਰ ਆਪ ਕਿਵੇਂ ਪੇਟ ਵਿੱਚ ਆਉਣਗੇ। ਗੁਰੂ ਦੇ ਇਸੇ ਤਰ੍ਹਾਂ ਹੀ ਆ। ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ, ਉਹ ਅਬਿਨਾਸੀ ਪੁਰਖ ਹੈ ਸਭ ਮਹਿ ਰਿਹਾ ਸਮਾਏ। ਅਬਿਨਾਸੀ ਹੈ ਮਹਾਰਾਜ, ਅਬਿਨਾਸੀ ਜੀਵਨ ਕੋ ਦਾਤਾ, ਸਿਮਰਤ ਸਭ ਮਲ ਖੋਈ। ਗੁਰੂ ਜੀ ਅਬਿਨਾਸੀ ਹੈ, ਕਦੀ ਨਾਸ ਨਹੀਂ ਹੁੰਦੇ। ਇਵੇਂ ਦੋਨੋਂ ਸੁਪੁੱਤਰ ਮਾਤਾ ਸੁਲੱਖਣੀ ਜੀ ਦੀ ਬੇਨਤੀ ਕਰਨੇ ਕਰਕੇ ਸੱਚੇ ਪਾਤਸ਼ਾਹ ਜੀ ਨੇ 2 ਘੜੀਆਂ ਫਿਰ ਦਰਸ਼ਨ ਬਖਸ਼ਿਆ। ਉਹ ਪ੍ਰਸੰਗ ਜਿਹੜਾ ਅਖੀਰਲਾ ਰਹਿ ਗਿਆ ਇਸ ਕਥਾ ਦਾ, ਉਹ ਆਪਾਂ ਕੱਲ੍ਹ ਸਰਵਣ ਕਰ ਲਵਾਂਗੇ। ਜਿਵੇਂ ਮਹਾਰਾਜ ਦਰਸ਼ਨ ਦਿੱਤੇ, ਜਿਵੇਂ ਮਾਤਾ ਸੁਲੱਖਣੀ ਜੀ ਨੇ ਬੇਨਤੀ ਕੀਤੀ, ਮਹਾਰਾਜ ਤੁਹਾਡੇ ਪਿੱਛੋਂ ਸਪੁੱਤਰਾਂ ਦਾ ਕੀ ਹੋਵੇਗਾ, ਇਹਨਾਂ ਨੂੰ ਕੌਣ ਪੁੱਛੇਗਾ। ਗੁਰੂ ਸਾਹਿਬ ਜਿਵੇਂ ਬਾਰ ਰੂਪ ਬਚਨ ਕਰਨਗੇ, ਕਿਰਪਾ ਕਰਨਗੇ ਕਿ ਸੁਲੱਖਣੀ ਇਹਨਾਂ ਨੂੰ ਤਾਂ ਜੁਗਾਂ ਜੁਗਾਂ ਤੱਕ ਇਹਨਾਂ ਦਾ ਨਾਮ ਰਹੇਗਾ। ਸਾਡੇ ਤਾਂ ਸਿੱਖਾਂ ਦਾ ਹੀ ਨਾਮ ਰਹੇਗਾ, ਇਹ ਤਾਂ ਸਾਡੇ ਫੇਰ ਸਪੁੱਤਰ, ਇਹਨਾਂ ਦਾ ਨਾਮ ਕਿਉਂ ਨਹੀਂ ਰਹੇਗਾ। ਇਹ ਗੁਰੂ ਬਖਸ਼ਿਸ਼ਾਂ ਕਰਨਗੇ। ਆਪਾਂ ਉਹ ਕੱਲ੍ਹ ਦੇ ਜਵਾਨਾਂ ਵਿੱਚ ਸਰਵਣ ਕਰਾਂਗੇ। ਹੁਣ ਇੱਥੇ ਆਪਾਂ ਸਮਾਪਤੀ ਕਰੀਏ ਜੀ। ਸ੍ਰੀ ਗੁਰੂ ਨਾਨਕ ਪ੍ਰਕਾਸ਼ ਗ੍ਰੰਥੇ ਉਤਰਾਰਦੇ, ਸਮਾਵਨ ਕੋ ਪ੍ਰਸੰਗ ਵਰਣਨ ਨਾਮ ਖਸ਼ਟ 85ਵਾਂ ਅਧਿਆਏ। ਇੱਥੇ ਸ੍ਰੀ ਗੁਰੂ ਨਾਨਕ ਪ੍ਰਕਾਸ਼ ਗ੍ਰੰਥ ਦੇ ਅਖੀਰਲੇ ਹਿੱਸੇ ਦੇ ਬਾਅਦ ਵਾਲੇ ਹਿੱਸੇ ਦੇ ਜਿਹੜੇ ਆ 56 ਅਧਿਆਏ ਸਮਾਪਤ ਹੋ ਗਏ ਹੈ। ਜੋ ਸਤਿਗੁਰੂ ਜੀ ਦੇ ਜੋਤੀ ਜੋ ਸਮਾਉਂਦੇ ਪ੍ਰਸੰਗ ਚੱਲ ਰਹੇ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਦੀ ਪਵਿੱਤਰ ਕਥਾ ਦਾ ਇੱਕ ਅਖੀਰਲਾ ਪ੍ਰਸੰਗ ਹੀ ਜਿਹੜਾ ਬਾਕੀ ਦਾ ਰਹਿ ਗਿਆ ਹੈ ਜੀ। ਸ੍ਰੀ ਚੰਦ ਸੁਨ ਲਖਮੀ ਦਾਸ, ਬਿਸਮੈ ਹੋਵੈ ਭਾਏ ਦਰਸ਼ਨ ਰਾਸ। ਆਪਣਾ ਦੋਸ ਜਾਨ ਪਛਤਾਏ, ਕਵ ਸੰਤੋਖ ਸਿੰਘ ਸਰਦਾ ਪਾਏ। ਇਤ ਸ੍ਰੀ ਗੁਰੂ ਨਾਨਕ ਪ੍ਰਕਾਸ਼ ਗ੍ਰੰਥੇ ਉਤਰਾਰਦੇ, ਸਮਾਵਨ ਕੋ ਪ੍ਰਸੰਗ ਵਰਣਨ ਨਾਮ ਖਸ਼ਟ 85ਵਾਂ ਅਧਿਆਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।